मेरा नाम रमनजीत कौर है। ਅੱਜ ਅਸੀਂ ਬਲੌਗ 1 ਦਾ ਯੂਨਿਟ 4 ਕਰਾਂਗੇ ਜਿਹਦਾ ਨਾਮ ਹੈ ਓਲੀਗੋਪੋਲੀ ਵਿਦ ਪ੍ਰਾਈਸ ਐਂਡ ਆਊਟਪੁੱਟ ਡਿਸੀਜਨਸ ਕਿੱਦਾਂ ਲਿੱਤੇ ਜਾਂਦੇ ਨੇ। ਓਲੀਗੋਪੋਲੀ ਮਾਰਕੀਟ ਸਟਰਕਚਰਸ ਦੀ 4 ਟਾਈਪ ਆਫ ਫਾਰਮ ਹੈ 4 ਟਾਈਪ ਹੈ ਐਂਡ ਉਸ ਤੋਂ ਬਾਅਦ ਹੈ ਡਿਊਪੋਲੀ। ਮਾਰਕੀਟ ਸਟਰਕਚਰਸ ਦੇ ਵਿੱਚ ਡਿਫਰੈਂਟ ਟਾਈਪਸ ਆਫ ਮਾਰਕੀਟ ਪਾਈਆਂ ਜਾਂਦੀਆਂ ਨੇ ਜਿਹਦੇ ਵਿੱਚ ਆਪਾਂ ਨੇ 5 ਟਾਈਪਸ ਆਫ ਮਾਰਕੀਟਸ ਕੀਤੀਆਂ ਸੀਗੀਆਂ। ਪਹਿਲਾਂ ਆਪਾਂ ਨੇ ਕੀਤਾ ਸੀ ਪਰਫੈਕਟ ਕੰਪੀਟੀਸ਼ਨ ਜਿਹਦੇ ਵਿੱਚ ਆਪਾਂ ਨੇ ਪ੍ਰਾਈਸ ਐਂਡ ਆਊਟਪੁੱਟ ਡਿਸੀਜਨਸ ਦੇ ਬਾਰੇ ਪੜ੍ਹਿਆ ਸੀ। ਉਸ ਤੋਂ ਬਾਅਦ ਆਪਾਂ ਨੇ ਕੀਤਾ ਸੀਗਾ ਮੋਨੋਪੋਲਿਸਟਿਕ ਐਂਡ ਫਿਰ ਮੋਨੋਪੋਲੀ ਤੇ ਹੁਣ ਅੱਜ ਦਾ ਸਾਡਾ ਟੌਪਿਕ ਹੈ ਓਲੀਗੋਪੋਲੀ ਕਿ ਓਲੀਗੋਪੋਲੀ ਦੇ ਵਿੱਚ ਜਿਹੜੀ ਪ੍ਰਾਈਸ ਐਂਡ ਆਊਟਪੁੱਟ ਡਿਸੀਜਨਸ ਨੇ ਉਹ ਕਿੱਦਾਂ ਲਿੱਤੇ ਜਾਂਦੇ ਨੇ। ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਵਾਟ ਇਜ਼ ਓਲੀਗੋਪੋਲੀ। ਓਲੀਗੋਪੋਲੀ ਹੈ ਕੀ, ਓਲੀਗੋਪੋਲੀ ਦਾ ਮੀਨਿੰਗਸ ਐਂਡ ਫੀਚਰਸ ਤੇ ਉਸ ਤੋਂ ਬਾਅਦ ਦੇਖਦੇ ਹਾਂ ਕਿ ਓਲੀਗੋਪੋਲੀ ਦੇ ਵਿੱਚ ਪ੍ਰਾਈਸ ਐਂਡ ਆਊਟਪੁੱਟ ਡਿਸੀਜਨਸ ਨੇ ਜਿਹੜੇ ਉਹ ਕਿੱਦਾਂ ਲੈਂਦੇ ਨੇ, ਜਿਹੜੇ ਡਿਫਰੈਂਟ ਫਾਰਮ। ਸਭ ਤੋਂ ਪਹਿਲਾਂ ਡੈਫੀਨੇਸ਼ਨਸ ਆਫ ਓਲੀਗੋਪੋਲੀ। ਓਲੀਗੋਪੋਲੀ ਦਾ ਮਤਲਬ ਹੈ ਜਦੋਂ ਮਾਰਕੀਟ ਦੇ ਵਿੱਚ ਫਿਊ ਫਰਮਸ ਪਾਈਆਂ ਜਾਂਦੀਆਂ ਨੇ, 2 ਜਾਂ ਮੋਰ ਦੈਨ 2 ਫਰਮਸ ਹੋਣ, ਦੈਟ ਇਜ਼ ਕਾਲਡ ਓਲੀਗੋਪੋਲੀ। ਤੇ ਜਿਹੜੇ ਫਰਮਸ ਨੇ ਇਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਇਹ ਕਲੋਜ਼ ਵੀ ਹੋ ਸਕਦੇ ਨੇ, ਕਲੋਜ਼ ਸਬਸਟੀਟਿਊਸ਼ਨਸ ਵੀ ਹੋ ਸਕਦੇ ਨੇ, ਹੋਮੋਜੀਨੀਅਸ ਵੀ ਹੋ ਸਕਦੇ ਨੇ ਤੇ ਹੈਟਰੋਜੀਨੀਅਸ ਵੀ ਹੋ ਸਕਦੇ ਨੇ। ਹੋਮੋਜੀਨੀਅਸ ਪ੍ਰੋਡਕਟਸ ਮਤਲਬ ਜਦੋਂ ਪ੍ਰੋਡਕਟਸ ਨੇ ਜਿਹੜੇ ਇਹ ਜਿਹੜੀਆਂ ਫਿਊ ਫਰਮਸ ਨੇ ਜੋ ਓਲੀਗੋਪੋਲੀ ਦੇ ਵਿੱਚ ਹੈ 2 ਜਾਂ ਮੋਰ ਦੈਨ 2 ਫਰਮਸ ਜਦੋਂ ਸੇਮ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਨ, ਦੈਟ ਇਜ਼ ਕਾਲਡ ਹੋਮੋਜੀਨੀਅਸ। ਤਾਂ ਇਹਨਾਂ ਦੇ ਵਿੱਚ ਕਿਹੜੇ ਪ੍ਰੋਡਕਟਸ ਹੋ ਸਕਦੇ ਨੇ ਹੋਮੋਜੀਨੀਅਸ ਪ੍ਰੋਡਕਟਸ ਦੇ ਵਿੱਚ ਜਦੋਂ ਸੇਮ ਟਾਈਪਸ ਆਫ ਪ੍ਰੋਡਕਟਸ ਨੂੰ ਪ੍ਰੋਡਿਊਸ ਕਰਦੇ ਨੇ। ਲਾਈਕ ਜਿਵੇਂ ਕਿ ਇਹਨਾਂ ਦੇ ਵਿੱਚ ਹੋ ਗਿਆ ਕਾਪਰ ਸਟੀਲ ਹੋ ਗਿਆ, ਠੀਕ ਹੈ, ਮੈਗਜ਼ੀਨ ਹੋ ਗਿਆ। ਕਾਪਰ ਸਟੀਲ ਵਾਲੀਆਂ ਜੋ ਆਪਣੀਆਂ ਜੋ ਵੀ ਲੋਹੇ ਵਾਲੀਆਂ ਆਇਰਨ ਵਾਲੀਆਂ ਮਿਲਸ ਨੇ ਉਹ ਕੀ ਆ ਜਾਂਦੀਆਂ ਨੇ ਹੋਮੋਜੀਨੀਅਸ ਪ੍ਰੋਡਕਟਸ ਦੇ ਵਿੱਚ ਆ ਜਾਂਦੀਆਂ ਨੇ। ਉੱਥੇ ਬਰਤਨ ਬਣਦੇ ਨੇ ਜਾਂ ਫਿਰ ਆਪਣੇ ਹੋਰ ਇੱਦਾਂ ਦੀਆਂ ਜੋ ਇਕਵਿਪਮੈਂਟਸ ਬਣਦੇ ਨੇ ਜੋ ਸੇਮ ਹੁੰਦੇ ਨੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਇਹਨਾਂ ਫਾਰਮਸ ਦੇ ਥਰੂ ਜਿਹੜੇ ਹੋਮੋਜੀਨੀਅਸ ਪ੍ਰੋਡਕਟਸ ਨੇ ਉਹ ਕੀ ਕੀਤੇ ਜਾਂਦੇ ਨੇ, ਪ੍ਰੋਡਿਊਸ ਕੀਤੇ ਜਾਂਦੇ ਨੇ। ਤੇ ਦੂਸਰਾ ਕਹਿੰਦੇ ਜਿਹੜੀਆਂ ਇਹ ਫਿਊ ਫਾਰਮਸ ਨੇ ਇਹ ਹੈਟਰੋਜੀਨੀਅਸ ਪ੍ਰੋਡਕਟਸ ਨੇ ਜਿਹੜੇ ਉਹਨਾਂ ਨੂੰ ਵੀ ਪ੍ਰੋਡਿਊਸ ਕਰ ਸਕਦੀਆਂ ਨੇ। ਹੈਟਰੋਜੀਨੀਅਸ ਪ੍ਰੋਡਕਟਸ ਦਾ ਮਤਲਬ ਹੁੰਦਾ ਹੈ ਕਿ ਜੋ ਜਿਹੜੇ ਪ੍ਰੋਡਕਟਸ ਇਹਨਾਂ ਫਾਰਮਸ ਦੇ ਦੁਆਰਾ ਪ੍ਰੋਡਿਊਸ ਕੀਤੇ ਜਾਂਦੇ ਨੇ ਉਹ ਸੇਮ ਨਹੀਂ ਹੁੰਦੇ, ਉਹ ਡਿਫਰੈਂਟ ਹੁੰਦੇ ਨੇ। ਜਿਵੇਂ ਕਿ ਇਹਨਾਂ ਫਰਮਸ ਦੇ ਥਰੂ ਕੁਝ ਫਰਮਸ ਦੇ ਥਰੂ ਮਾਰਕੀਟ ਦੇ ਵਿੱਚ ਕੀ ਹੈ ਸੋਪ ਪ੍ਰੋਡਿਊਸ ਕੀਤਾ ਜਾਂਦਾ, ਕਿਸੇ ਥਰੂ ਬ੍ਰੈਡ ਪ੍ਰੋਡਿਊਸ ਕੀਤਾ ਜਾਂਦਾ, ਕਿਸੇ ਦੇ ਥਰੂ ਸੀਮੈਂਟ ਪ੍ਰੋਡਿਊਸ ਕੀਤਾ ਜਾਂਦਾ ਹੈ। ਤਾਂ ਜਿਹੜੇ ਇਹ ਪ੍ਰੋਡਕਟਸ ਹੁੰਦੇ ਨੇ ਹੈਟਰੋਜੀਨੀਅਸ ਦੇ ਵਿੱਚ ਇਹ ਕਲੋਜ਼ ਸਬਸਟੀਟਿਊਸ਼ਨ ਨਹੀਂ ਹੁੰਦੇ, ਡਿਫਰੈਂਟ ਹੁੰਦੇ ਨੇ। ਤਾਂ ਓਲੀਗੋਪੋਲੀ ਮਾਰਕੀਟ ਦੀ ਉਹ ਸਿਚੁਏਸ਼ਨਸ ਹੈ ਜਿਹਦੇ ਵਿੱਚ ਫਿਊ ਫਰਮਸ ਪਾਈਆਂ ਜਾਂਦੀਆਂ ਨੇ 2 ਜਾਂ ਮੋਰ ਦੈਨ 2 ਫਰਮਸ ਤੇ ਇਹਨਾਂ ਦੇ ਵਿੱਚ ਜਿਹੜੇ ਪ੍ਰੋਡਕਟਸ ਨੇ ਉਹ ਜਾਂ ਤਾਂ ਹੋਮੋਜੀਨੀਅਸ ਪ੍ਰੋਡਿਊਸ ਕੀਤੇ ਜਾਂਦੇ ਨੇ ਜਾਂ ਫਿਰ ਹੈਟਰੋਜੀਨੀਅਸ ਪ੍ਰੋਡਿਊਸ ਕੀਤੇ ਜਾਂਦੇ ਨੇ। ਠੀਕ ਹੈ, ਹੈਟਰੋਜੀਨੀਅਸ ਪ੍ਰੋਡਕਟਸ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ। ਤਾਂ ਦਿਸ ਇਜ਼ ਦਾ ਮੀਨਿੰਗ ਆਫ ਓਲੀਗੋਪੋਲੀ। ਤੇ ਇਹਨਾਂ ਫਰਮਸ ਨੂੰ ਇਹਨਾਂ ਦੀ ਪ੍ਰੋਡਕਸ਼ਨ ਦੇ ਲਈ ਇੱਕ ਪੇਟੈਂਟ ਰਾਈਟ ਲੈਣਾ ਪੈਂਦਾ ਹੈ। ਅਗਰ ਇਹਨਾਂ ਨੇ ਹੈਟਰੋਜੀਨੀਅਸ ਪ੍ਰੋਡਕਟਸ ਪ੍ਰੋਡਿਊਸ ਕਰਨੇ ਨੇ ਲਾਇਸੈਂਸ ਲੈਣਾ ਪੈਂਦਾ ਹੈ ਗਵਰਨਮੈਂਟ ਦੇ ਥਰੂ ਜੋ ਜਿਵੇਂ ਇਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਕੋਈ ਹੋਰ ਫਾਰਮ ਇਹਨਾਂ ਦੇ ਰਾਈਵਲਸ ਨੇ ਜਿਹੜੇ ਉਹਨਾਂ ਨੂੰ ਪ੍ਰੋਡਿਊਸ ਨਾ ਕਰ ਸਕਣ। ਤਾਂ ਨਾਓ ਦ ਨੈਕਸਟ ਇਜ਼ ਫੀਚਰਸ ਆਫ ਓਲੀਗੋਪੋਲੀ ਮਾਰਕੀਟ। ਕੀ ਫੀਚਰਸ ਨੇ ਓਲੀਗੋਪੋਲੀ ਦੇ? ਤਾਂ ਫਰਸਟ ਇਜ਼ ਫਿਊ ਸੈਲਰਸ। ਤਾਂ ਫਿਊ ਸੈਲਰਸ ਹੁੰਦੇ ਨੇ ਤੇ ਜਿਹੜੇ ਬਾਇਰਸ ਹੁੰਦੇ ਨੇ ਬਹੁਤ ਸਾਰੇ ਹੁੰਦੇ ਨੇ। ਓਲੀਗੋਪੋਲੀ ਦੇ ਵਿੱਚ ਫਿਊ ਸੈਲਰਸ ਤਦ ਹੁੰਦੇ ਨੇ ਕਿਉਂਕਿ ਜਿੰਨੀਆਂ ਵੀ ਫਰਮਸ ਨੇ ਉਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਹੋਮੋਜੀਨੀਅਸ ਐਂਡ ਹੈਟਰੋਜੀਨੀਅਸ ਤੇ ਜਿਹੜੀ ਆਪਣੀ ਇਹਨਾਂ ਦੀ ਇਨਵੈਸਟਮੈਂਟ ਹੁੰਦੀ ਹੈ ਇਹ ਬਹੁਤ ਜ਼ਿਆਦਾ ਹੁੰਦੀ ਹੈ। ਤੇ ਇਹਨਾਂ ਜਿਹੜੀਆਂ ਨਿਊ ਫਰਮਸ ਨੇ ਉਹਨਾਂ ਦੀ ਐਂਟਰੀ ਤੇ ਬੈਰੀਅਰਸ ਹੁੰਦੀਆਂ ਨੇ। ਕੋਈ ਪੁਰਾਣੀ ਫਰਮ ਵੀ ਐਡਜਸਟ ਕਰਕੇ ਨਹੀਂ ਜਾ ਸਕਦੀ ਅਗਰ ਕੋਲੈਬੋਰੇਸ਼ਨ ਦੇ ਵਿੱਚ ਹੈ। ਠੀਕ ਹੈ, ਤਾਂ ਜਿਹੜੇ ਫਿਊ ਸੈਲਰਸ ਨੇ ਇਹਨਾਂ ਦੇ ਆਪਸ ਦੇ ਵਿੱਚ ਐਗਰੀਮੈਂਟ ਸਾਈਨਸ ਹੁੰਦੇ ਨੇ ਕੁਝ ਫਰਮਸ ਦੇ ਤੇ ਕੁਝ ਫਰਮਸ ਆਪਣੇ ਆਪ ਆਪਣਾ ਪੇਟੈਂਟ ਲੈ ਕੇ ਲਾਇਸੈਂਸ ਲੈ ਕੇ ਕਿਸੇ ਵਸਤੂ ਦੀ ਓਨ ਜਿਹੜੀ ਪ੍ਰੋਡਕਸ਼ਨ ਹੈ ਉਹ ਕਰਦੀਆਂ ਨੇ। ਮਤਲਬ ਇਹਦੇ ਵਿੱਚ ਕੀ ਹੁੰਦਾ ਇੱਕ ਤਾਂ ਹੁੰਦਾ ਪਿਓਰ ਮੋਨੋਪੋਲੀ, ਇੱਕ ਮੋਨੋਪੋਲਿਸਟਿਕ। ਪਿਓਰ ਮੋਨੋਪੋਲੀ ਦਾ ਮਤਲਬ ਕੁਝ ਜਿਹੜੇ ਸੈਲਰਸ ਨੇ ਉਹ ਪਿਓਰ ਮੋਨੋਪੋਲੀ ਦੇ ਵਿੱਚ ਆਉਂਦੇ ਨੇ। ਪਿਓਰ ਮੋਨੋਪੋਲੀ ਮੀਨਸ ਜਿਹਦੇ ਵਿੱਚ ਸਿਰਫ ਇੱਕੋ ਤਰ੍ਹਾਂ ਦੇ ਗੁੱਡਸ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਤੇ ਪ੍ਰਾਈਸ ਤੇ ਕੰਟਰੋਲ ਹੁੰਦਾ ਹੈ। ਤੇ ਉਸ ਤੋਂ ਬਾਅਦ ਮੋਨੋਪੋਲਿਸਟਿਕ ਜਿਹਦੇ ਵਿੱਚ ਜਿਹੜੇ ਪ੍ਰੋਡਕਟਸ ਨੇ ਉਹ ਥੋੜੇ ਕੀ ਕੀਤੇ ਜਾਂਦੇ ਨੇ ਡਿਫਰੈਂਟ ਟਾਈਪਸ ਆਫ ਪ੍ਰੋਡਕਟਸ ਨੇ ਜਿਹੜੇ ਉਹਨਾਂ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ। ਸੈਕੰਡ ਇਜ਼ ਇੰਟਰਡਿਪੈਂਡੈਂਸ ਮਤਲਬ ਜਿਹੜੀਆਂ ਇਹਨਾਂ ਦੇ ਵਿੱਚ ਫਰਮਸ ਹੁੰਦੀਆਂ ਨੇ ਉਹ ਇੱਕ ਦੂਸਰੇ ਦੇ ਇੰਟਰਡਿਪੈਂਡੈਂਟ ਹੁੰਦੀਆਂ ਨੇ, ਅੰਤਰ ਸੰਬੰਧਿਤ ਹੁੰਦੀਆਂ ਨੇ ਕਿਉਂਕਿ ਇਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਇਹ ਡਿਫਰੈਂਟ ਵੀ ਹੋ ਸਕਦੇ ਨੇ, ਕਲੋਜ਼ ਸਬਸਟੀਟਿਊਸ਼ਨਸ ਵੀ ਹੋ ਸਕਦੇ ਨੇ ਤੇ ਜਿਹੜੇ ਪ੍ਰਾਈਸਿਸ ਨੇ ਉਹ ਵੀ ਡਿਫਰੈਂਟ ਹੁੰਦੇ ਨੇ। ਠੀਕ ਹੈ, ਇਹ ਪ੍ਰਾਈਸਿਸ ਨੂੰ ਇੱਕ ਦੂਸਰੇ ਦੇ
ਦੇ ਪ੍ਰਾਈਸਿਸ ਨੂੰ ਦੇਖ ਕੇ ਹੀ ਰੱਖਦੇ ਨੇ, ਕਿਉਂਕਿ ਕਲੋਜ਼ ਸਬਸਟੀਟਿਊਸ਼ਨਸ ਵੀ ਅਗਰ ਇਹ ਆਪਣੇ ਗੁੱਡ ਦੀ ਪ੍ਰਾਈਸ ਨੂੰ ਇਨਕਰੀਜ਼ ਡਿਕਰੀਜ਼ ਕਰਨਗੇ ਤਾਂ ਇਹਦੇ ਨਾਲ ਇਹਨਾਂ ਦੀ ਡਿਮਾਂਡ ਤੇ ਅਫੈਕਟ ਪਏਗਾ ਤੇ ਇਹ ਆਪਣੇ ਗੁੱਡ ਦੀ ਪ੍ਰਾਈਸ ਨੂੰ ਖੁਦ ਤੈਅ ਕਰ ਸਕਦੇ ਨੇ, ਉਹਦੀ ਖੁਦ ਦੀ ਮੋਨੋਪੋਲੀ ਹੁੰਦੀ ਹੈ, ਠੀਕ ਹੈ। ਤਾਂ ਇਹ ਜਿਹੜੀਆਂ ਫਰਮਸ ਪਾਈ ਜਾਂਦੀਆਂ ਨੇ ਇਹ ਕੀ ਹੁੰਦੀਆਂ ਨੇ, ਇੰਟਰਡਿਪੈਂਡੈਂਟ। ਅੱਗੇ ਹੈਗਾ ਐਡਵਰਟਾਈਜ਼ਿੰਗ। ਇਹ ਜਿਹੜੀਆਂ ਇਹ ਫਰਮਸ ਨੇ, ਫਿਊ ਫਰਮਸ ਜਿਹੜੇ ਇਹਨਾਂ ਦੇ ਪ੍ਰੋਡਕਟ ਪ੍ਰੋਡਿਊਸ ਕੀਤੇ ਜਾਂਦੇ ਨੇ ਇਹ ਡਿਫਰੈਂਟ ਹੁੰਦੇ ਨੇ। ਹੈਟਰੋਜੀਨੀਅਸ ਪ੍ਰੋਡਕਟਸ ਅਗਰ ਪ੍ਰੋਡਿਊਸ ਕਰਨ ਤਾਂ ਇਹਨਾਂ ਦਾ ਜੋ ਹੈ ਸਾਈਜ਼ ਹੋ ਗਿਆ, ਸ਼ੇਪ ਹੋ ਗਿਆ, ਇੰਗਰੀਡੀਐਂਟਸ ਹੋ ਗਿਆ, ਡਿਫਰੈਂਟ ਹੋਣ ਕਰਕੇ ਆਪਾਂ ਨੇ ਆਪਣੇ ਪ੍ਰੋਡਕਟਸ ਦੀ ਐਡਵਰਟਾਈਜ਼ਮੈਂਟ ਜ਼ਿਆਦਾ ਕਰਨੀ ਹੁੰਦੀ ਆ। ਤਾਂ ਜਿਹੜੀਆਂ ਫਰਮਸ ਆਪਣੇ ਪ੍ਰੋਡਕਟਸ ਦੀ ਐਡਵਰਟਾਈਜ਼ਮੈਂਟ ਤੇ ਜ਼ਿਆਦਾ ਖਰਚਾ ਕਰਦੀਆਂ ਨੇ ਉਹਨਾਂ ਦੇ ਜਿਹੜੇ ਕਸਟਮਰਸ ਨੇ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਜ਼ਿਆਦਾ ਕਰਨਗੇ ਤੇ ਉਹਨਾਂ ਨੂੰ ਪ੍ਰੋਫਿਟ ਜ਼ਿਆਦਾ ਹੋਏਗਾ। ਤੇ ਜਿਹੜੇ ਜਿਹੜੇ ਆਪਣੇ ਸੈਲਰਸ ਨੇ, ਆਪਣੇ ਪ੍ਰੋਡਿਊਸਰਸ ਨੇ ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਘੱਟ ਕਰਨਗੇ ਤਾਂ ਜਿਹੜੇ ਆਪਣੇ ਕਸਟਮਰਸ ਨੇ ਉਹਨਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੋਏਗੀ ਉਸ ਪ੍ਰੋਡਕਟ ਦੀ, ਉਹ ਉਸ ਪ੍ਰੋਡਕਟ ਨੂੰ ਬਾਏ ਨਹੀਂ ਕਰਨਗੇ ਤਾਂ ਫਿਰ ਕੀ ਹੋਏਗਾ, ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਘਟੇਗੀ ਤੇ ਉਹਨਾਂ ਨੂੰ ਲਾਸ ਹੋਏਗਾ। ਤਾਂ ਜਿੰਨੀ ਐਡਵਰਟਾਈਜ਼ਮੈਂਟ ਜ਼ਿਆਦਾ ਹੋਏਗੀ, ਜਿੰਨੀ ਨੌਲੇਜ ਆਪਾਂ ਕਸਟਮਰਸ ਨੂੰ ਜ਼ਿਆਦਾ ਪ੍ਰੋਵਾਈਡ ਕਰਾਂਗੇ, ਜਿੰਨਾ ਮੋਟੀਵੇਟ ਕਸਟਮਰਸ ਨੂੰ ਜ਼ਿਆਦਾ ਕਰਾਂਗੇ ਉਨੇ ਹੀ ਆਪਣੇ ਪ੍ਰੋਡਕਟ ਦੀ ਡਿਮਾਂਡ ਵਧੇਗੀ ਤੇ ਪ੍ਰੋਫਿਟ ਜ਼ਿਆਦਾ ਹੋਏਗਾ। ਤਾਂ ਜੋ ਹੈ ਅਲੀਗੋਪੋਲੀ ਇਹ ਮੋਸਟਲੀ ਐਡਵਰਟਾਈਜ਼ਮੈਂਟ ਤੇ ਡਿਪੈਂਡ ਕਰਦੀ ਹੈ ਇਹਨਾਂ ਦੀ ਡਿਮਾਂਡ। ਅੱਗੇ ਹੈਗਾ ਕੰਪੀਟੀਸ਼ਨ। ਤਾਂ ਜਿਹੜੇ ਆਪਣੇ ਅਲੀਗੋਪੋਲੀ ਹੈ ਇਹਦੇ ਵਿੱਚ ਕੰਪੀਟੀਸ਼ਨ ਪਾਇਆ ਜਾਂਦਾ ਹੈ। ਕੰਪੀਟੀਸ਼ਨ ਤਦ ਪਾਇਆ ਜਾਂਦਾ ਹੈ ਕਿਉਂਕਿ ਜਿਹੜੀਆਂ ਫਰਮਸ ਹੁੰਦੀਆਂ ਨੇ, ਫਿਊ ਫਰਮਸ ਅਗਰ ਉਹਨਾਂ ਦੇ ਕਲੋਜ਼ ਸਬਸਟੀਟਿਊਸ਼ਨਸ ਨੇ ਤਾਂ ਉਹ ਇੱਕ ਦੂਸਰੇ ਦੇ ਪ੍ਰੋਡਕਟਸ ਦੀਆਂ ਰਾਈਵਲਸ ਹੁੰਦੀਆਂ ਨੇ। ਮਤਲਬ ਉਹਨਾਂ ਦੇ ਪ੍ਰੋਡਕਟਸ ਨੇ ਜਿਹੜੇ ਉਹਨਾਂ ਦੀ ਡਿਮਾਂਡ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ ਜਿਹੜੀਆਂ ਫਰਮਸ ਨੇ ਉਹਨਾਂ ਨੂੰ ਲਾਸ ਤੇ ਪ੍ਰੋਫਿਟ ਹੋ ਸਕਦਾ ਹੈ। ਤਾਂ ਕਹਿੰਦੇ ਪ੍ਰਾਈਸਿਸ ਤੇ ਡਿਮਾਂਡ ਆ ਜਿਹੜੀ ਇਹ ਪ੍ਰੋਫਿਟ ਤੇ ਲਾਸ ਨੂੰ ਅਫੈਕਟ ਕਰਦੀ ਹੈ। ਤਾਂ ਜਿਹੜੀ ਡਿਫਰੈਂਟ ਫਰਮਸ ਨੇ ਉਹ ਆਪਣੇ ਪ੍ਰੋਡਕਟ ਨੂੰ ਜ਼ਿਆਦਾ ਸੇਲ ਕਰਨ ਦੇ ਲਈ ਪ੍ਰਮੋਸ਼ਨ ਐਡਵਰਟਾਈਜ਼ਮੈਂਟ ਯੂਜ਼ ਕਰਦੀਆਂ ਨੇ ਤੇ ਕੰਪੀਟੀਸ਼ਨ ਹੋਏਗਾ ਕਿ ਅਸੀਂ ਆਪਣੇ ਪ੍ਰੋਡਕਟ ਨੂੰ ਜ਼ਿਆਦਾ ਸੇਲ ਕਰੀਏ, ਦੂਸਰੇ ਤੋਂ ਜ਼ਿਆਦਾ ਗੁੱਡ ਅੱਛੀ ਬਣਾਈਏ ਤਾਂ ਜੋ ਸਾਡੇ ਪ੍ਰੋਡਕਟ ਦੀ ਡਿਮਾਂਡ ਜ਼ਿਆਦਾ ਹੋਵੇ। ਅਸੀਂ ਪ੍ਰਾਈਸਿਸ ਨੂੰ ਕੀ ਹੈ ਲਿਮਿਟਡ ਰੱਖੀਏ, ਨਾ ਇਨਕਰੀਜ਼ ਕਰੀਏ ਜ਼ਿਆਦਾ, ਨਾ ਡਿਕਰੀਜ਼ ਕਰੀਏ, ਠੀਕ ਹੈ। ਤਾਂ ਡਿਫਰੈਂਟ ਫਰਮਸ ਦੇ ਵਿੱਚ ਆਪਸ ਦੇ ਵਿੱਚ ਕੀ ਹੋਏਗਾ, ਕੰਪੀਟੀਸ਼ਨ ਹੋਏਗਾ। ਐਂਟਰੀ ਐਂਡ ਐਡਜਸਟ ਬੈਰੀਅਰਸ। ਕਹਿੰਦੇ ਇਹ ਜਿਹੜੀਆਂ ਫਰਮਸ ਨੇ ਇਹਨਾਂ ਦੇ ਵਿੱਚ ਨਿਊ ਫਰਮਸ ਨੂੰ ਐਂਟਰੀ ਤੇ ਰੋਕ ਹੁੰਦੀ ਆ ਤੇ ਪੁਰਾਣੀਆਂ ਫਰਮਸ ਨੇ ਜਿਹੜੀਆਂ ਐਡਜਸਟ ਨਹੀਂ ਕਰ ਸਕਦੀਆਂ ਲਾਸ ਹੋਣ ਤੇ, ਠੀਕ ਹੈ। ਕਿਉਂ ਰੋਕ ਹੁੰਦੀ ਆ, ਕਿਉਂਕਿ ਇਹਨਾਂ ਤੇ ਕਈ ਤਰ੍ਹਾਂ ਦੀਆਂ, ਕਿਉਂਕਿ ਗਵਰਨਮੈਂਟ ਤੋਂ ਜਿਹੜੀਆਂ ਓਲੀਗੋਪੋਲੀ ਦੇ ਵਿੱਚ ਫਰਮਸ ਹੁੰਦੀਆਂ ਨੇ ਉਹਨਾਂ ਨੇ ਲਾਇਸੈਂਸ ਲਿੱਤਾ ਹੁੰਦਾ ਹੈ, ਠੀਕ ਹੈ। ਤਾਂ ਇਹ ਲਾਇਸੈਂਸ ਜਿਨ੍ਹਾਂ ਦੇ ਕੋਲ ਹੈ, ਪੇਟੈਂਟ ਰਾਈਟ ਹੈ, ਉਹੀ ਇਹਨਾਂ ਗੁੱਡਸ ਨੂੰ ਪ੍ਰੋਡਿਊਸ ਕਰ ਸਕਦੇ ਨੇ ਤੇ ਨਿਊ ਫਰਮਸ ਐਂਟਰ ਕਰਕੇ ਇਹਨਾਂ ਦੇ ਜਿਹੜੇ ਕਲੋਜ਼ ਸਬਸਟੀਟਿਊਸ਼ਨਸ ਨੇ ਜਾਂ ਇਹਨਾਂ ਦੇ ਜਿਹੜੇ ਨੇਮ ਨੇ, ਗੁੱਡਸ ਨੇ, ਇਹਨਾਂ ਨੂੰ ਯੂਜ਼ ਨਹੀਂ ਕਰ ਸਕਦੇ। ਤੇ ਉਸ ਤੋਂ ਬਾਅਦ ਲੈਕ ਆਫ ਯੂਨੀਫਾਰਮਿਟੀ। ਲੈਕ ਆਫ ਯੂਨੀਫਾਰਮਿਟੀ ਮੀਨਸ ਸਾਈਜ਼ ਦਾ ਇਹਨਾਂ ਦੇ ਵਿੱਚ ਜੋ ਫਰਮਸ ਨੇ ਉਹਨਾਂ ਦੇ ਸਾਈਜ਼ ਦੇ ਵਿੱਚ ਕੀ ਹੁੰਦਾ ਹੈ, ਡਿਫਰੈਂਸ ਹੁੰਦਾ ਹੈ। ਫਰਮਸ ਦਾ ਸਾਈਜ਼ ਇੱਕੋ ਜਿਹਾ ਨਹੀਂ ਹੁੰਦਾ, ਕੋਈ ਫਰਮਸ ਬਿਗ ਹੁੰਦੀਆਂ ਨੇ, ਕੋਈ ਸਮਾਲ ਹੁੰਦੀਆਂ ਨੇ, ਠੀਕ ਹੈ। ਅਕੋਰਡਿੰਗ ਟੂ देयर ਕੈਪੀਟਲ ਇਨਵੈਸਟਮੈਂਟ ਕਿ ਇਹਨਾਂ ਨੇ ਕੈਪੀਟਲ ਕਿੱਦਾਂ ਇਨਵੈਸਟ ਕਰਨੀ ਆ, ਤਦ ਕਹਿੰਦੇ ਯੂਨੀਫਾਰਮਿਟੀ ਪਾਈ ਜਾਂਦੀ ਹੈ, ਸਾਈਜ਼ ਦੇ ਵਿੱਚ ਪਾਈ ਜਾਂਦੀ ਹੈ, ਰਿਸੋਰਸਿਸ ਦੇ ਵਿੱਚ ਪਾਈ ਜਾਂਦੀ ਹੈ, ਆਊਟਪੁੱਟ ਦੇ ਵਿੱਚ ਪਾਈ ਜਾਂਦੀ ਹੈ, ਡਿਮਾਂਡ ਦੇ ਵਿੱਚ ਪਾਈ ਜਾਂਦੀ ਹੈ, ਠੀਕ ਹੈ। ਤਾਂ ਸੇਮ ਜਿਹੜੀਆਂ ਆਪਣੀਆਂ ਫਰਮਸ ਨੇ ਉਹਨਾਂ ਦੀ ਕੋਈ ਵੀ ਚੀਜ਼ ਹੈ ਜਿਹੜੀ ਉਹ ਸੇਮ ਨਹੀਂ ਹੁੰਦੀ। ਉਸ ਤੋਂ ਬਾਅਦ ਹੈ ਕਾਜ਼ਿਸ ਫॉर ਦਾ ਐਗਜ਼ਿਸਟੈਂਸ ਆਫ ਓਲੀਗੋਪੋਲੀ। ਕਹਿੰਦੇ ਕੀ ਕਾਜ਼ਿਸ ਨੇ ਜਿਹਦੇ ਕਰਕੇ ਜਿਹੜੀ ਓਲੀਗੋਪੋਲੀ ਹੈ ਐਡਜਿਸਟ ਕਰਦੀ ਆ। ਇਟ ਇਜ਼ ਦਾ ਸਿਚੁਏਸ਼ਨ ਬਿਟਵੀਨ ਦਾ ਮੋਨੋਪੋਲੀ ਐਂਡ ਮੋਨੋਪੋਲਿਸਟਿਕ। ਓਲੀਗੋਪੋਲੀ ਉਹ ਸਿਚੁਏਸ਼ਨ ਹੈ ਜਿਹੜੀ ਮੋਨੋਪੋਲੀ ਤੇ ਮੋਨੋਪੋਲਿਸਟਿਕ ਦੇ ਵਿੱਚ ਆ ਜਾਂਦੀ ਆ, ਜਿਹਦੇ ਵਿੱਚ ਕੁਝ ਕੁਆਲਿਟੀਆਂ ਤਾਂ ਮੋਨੋਪੋਲੀ ਵਾਲੀਆਂ ਹੁੰਦੀਆਂ ਨੇ ਤੇ ਕੁਝ ਕੁਆਲਿਟੀ ਮੋਨੋਪੋਲਿਸਟਿਕ ਵਾਲੀਆਂ ਹੁੰਦੀਆਂ ਨੇ, ਠੀਕ ਹੈ। ਤੇ ਇਹ ਮਿਲ ਕੇ ਦੋਨਾਂ ਨੂੰ ਮਰਜ ਕਰਕੇ ਓਲੀਗੋਪੋਲੀ ਬਣਦੀ ਹੈ, ਠੀਕ ਹੈ। ਤਾਂ ਇਹਦੇ ਕੀ ਕਾਜ਼ਿਸ ਨੇ ਓਲੀਗੋਪੋਲੀ ਇੱਕ ਮਾਰਕੀਟ ਜਿਹੜੀ ਹੈ ਆਪਣੀ ਮਾਰਕੀਟ ਸਿਚੁਏਸ਼ਨਸ ਕਿਉਂ ਬਣੀ ਹੈ। ਦਾ ਫਰਸਟ ਇਜ਼ ਲਾਰਜ ਇਨਵੈਸਟਮੈਂਟ ਆਫ ਆ ਕੈਪੀਟਲ। ਕਹਿੰਦੇ ਜਦੋਂ ਆਪਣੀ ਕਈ ਫਰਮਸ ਨੇ ਉਹ ਹਿਊਜ ਇਨਵੈਸਟਮੈਂਟ ਕਰਦੀਆਂ ਨੇ, ਐਂਟਰਟੇਨ ਕਰਦੀਆਂ ਨੇ, ਉਹਨਾਂ ਨੂੰ ਇੰਟਰਸਟ ਹੁੰਦਾ ਹੈ ਕਿ ਅਸੀਂ ਕੈਪੀਟਲ ਜ਼ਿਆਦਾ ਲਗਾਈਏ, ਆਊਟਪੁੱਟ ਜ਼ਿਆਦਾ ਕਰੀਏ, ਠੀਕ ਹੈ। then large investment, large output, large profit ਤੱਕ ਉਹ ਕੀ ਕਰਨਗੀਆਂ, ਆਪਣੀ ਉਹਨਾਂ ਦੀ ਕੁਛ ਮੋਨੋਪੋਲੀ ਵੀ ਹੋਣਗੀਆਂ ਲੇਕਿਨ ਉਹਨਾਂ ਦੇ ਪ੍ਰੋਡਕਟਸ ਹੋਮੋਜੀਨੀਅਸ ਤੇ ਹੈਟਰੋਜੀਨੀਅਸ ਹੋਣਗੇ, ਦੂਸਰੀਆਂ ਫਰਮਸ ਦੇ ਨਾਲ ਰਿਲੇਟ ਵੀ ਕਰਦੇ ਹੋਣਗੇ ਲਾਈਕ ਆ ਮੋਨੋਪੋਲਿਸਟਿਕ, ਠੀਕ ਹੈ। ਉਦੋਂ ਕਹਿੰਦੇ ਉਹ ਫਰਮਸ ਨੂੰ, ਫਿਊ ਫਰਮਸ ਨੂੰ ਓਲੀਗੋਪੋਲੀ ਦੇ ਵਿੱਚ ਲੈ ਲਿੱਤਾ ਜਾਂਦਾ ਹੈ। ਤਾਂ ਸੈਕੰਡ ਇਜ਼ ਕੰਟਰੋਲ ਆਫ ਇਨਡਿਸਪੈਂਸੇਬਲ ਰਿਸੋਰਸਿਸ।
ਦੇਖੋ ਮਾਰਕੀਟ ਦੇ ਵਿੱਚ ਕਈ ਫਰਮਸ ਇੱਦਾਂ ਵੀ ਹੁੰਦੀਆਂ ਨੇ ਜਾਂ ਕਈ ਪ੍ਰੋਡਿਊਸਰਸ ਇੱਦਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਫੁੱਲ ਕੰਟਰੋਲ ਹੁੰਦਾ ਰਿਸੋਰਸਿਸ ਤੇ ਉਹਨਾਂ ਕੋਲ ਰਿਸੋਰਸਿਸ ਦੀ ਕੁਆਂਟੀਟੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਪ੍ਰੋਪਰ ਯੂਜ਼ ਕਰਦੇ ਨੇ ਰਿਸੋਰਸਿਸ ਦਾ ਕਿਉਂਕਿ ਉਹਨਾਂ ਦੇ ਕੋਲ ਪਾਵਰ ਹੁੰਦੀ ਹੈ ਠੀਕ ਹੈ ਤੇ ਕਈ ਆਪਣੀਆਂ ਜੋ ਫਰਮਸ ਨੇ ਉਹ ਇੱਦਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕੋਲ ਰਿਸੋਰਸਿਸ ਘੱਟ ਹੁੰਦੇ ਨੇ ਤਾਂ ਇਸ ਡਿਸਪੈਂਸੇਬਲ ਰਿਸੋਰਸਿਸ ਦਾ ਜ਼ਿਆਦਾ ਜਾਂ ਘੱਟ ਹੋਣਾ ਵੀ ਕਹਿੰਦੇ ਅਲੀਗੋਪੋਲੀ ਨੂੰ ਐਗਜ਼ਿਸਟ ਕਰਦਾ ਹੈ एंड उसके बाद लीगल रिस्ट्रिक्शंस एंड पेटेंट्स कहते फर्म्स ਤਾਂ ਕਾਫੀ ਜ਼ਿਆਦਾ ਨੇ ਦੋ ਤੋਂ ਜ਼ਿਆਦਾ ਨੇ ਲੇਕਿਨ ਉਹਨਾਂ ਜਿਹੜੀਆਂ ਫਰਮਸ ਪ੍ਰੋਡਕਸ਼ਨ ਕਰ ਰਹੀਆਂ ਨੇ ਵਰਕ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕੀ ਆ ਲੀਗਲ ਰਿਸਟ੍ਰਿਕਸ਼ਨਸ ਐਂਡ ਪੇਟੈਂਟਸ ਨੇ ਉਹਨਾਂ ਨੇ ਪੇਟੈਂਟ ਰਾਈਟਸ ਦਿੱਤੇ ਹੋਏ ਨੇ ਗਵਰਨਮੈਂਟ ਤੋਂ ਤੇ ਉਹਨਾਂ ਨੇ ਕੁਝ ਕਿ ਰਿਸਟ੍ਰਿਕਸ਼ਨਸ ਨੇ ਜਿਨ੍ਹਾਂ ਦੇ ਥਰੂ ਨਿਊ ਫਰਮਸ ਨਹੀਂ ਆ ਸਕਦੀਆਂ ਠੀਕ ਹੈ जब उन्होंने पेटेंट राइट लेता है किसी गुड का कि उन्होंने एक ही गुड का नेम पे लेता है कि यही गुड को प्रोड्यूस करना है कि और जो न्यू प्रोड्यूसर्स है इन्होंने प्रोड्यूस नहीं कर सकता कि ठीक है ਜਾਂ ਫਿਰ ਬ੍ਰਾਂਡ ਹੋ ਗਿਆ ਜਾਂ ਫਿਰ ਲਾਇਸੈਂਸ ਹੋ ਗਿਆ ਜੋ ਉਹਨਾਂ ਨੂੰ ਪੈਸੇ ਦੇ ਕੇ ਗਵਰਨਮੈਂਟ ਤੋਂ ਲੈਣਾ ਪੈਂਦਾ ਹੈ ਕਹਿੰਦੇ ਲੀਗਲ ਰਿਸਟ੍ਰਿਕਸ਼ਨਸ ਐਂਡ ਪੇਟੈਂਟਸ ਰਾਈਟਸ ਦੇ ਕਰਕੇ ਜਿਹੜੀ oligopoly ਉਹ ਐਗਜ਼ਿਸਟ ਕਰਦੀ ਹੈ ਐਂਡ ਉਸ ਤੋਂ ਬਾਅਦ ਇਕਨੋਮਿਕਸ ਆਫ ਸਕਿਲ ਦੇਖੋ ਆਪਣੀ ਜੋ ਇਕਨੋਮੀ ਹੈ ਉਹਦੇ ਵਿੱਚ ਪੋਜ਼ਿਟਿਵ ਤੇ ਨੈਗੇਟਿਵ ਇਫੈਕਟ ਪ੍ਰੋਡਕਸ਼ਨ ਦੇ ਥਰੂ ਜ਼ਰੂਰ ਪੈਂਦੇ ਨੇ ਇਕਨੋਮਿਕਸ ਆਫ ਸਕੇਲ ਮਤਲਬ ਜਦੋਂ ਇੱਕ ਇੰਡਸਟਰੀ ਬਣਨ ਦੇ ਨਾਲ ਇੱਕ ਇੰਡਸਟਰੀ ਦੇ ਜਿਹੜੀਆਂ ਨਾਲ ਦੀਆਂ ਇੰਡਸਟਰੀਜ਼ ਨੇ ਉਹਨਾਂ ਨੂੰ ਵੀ ਬੈਨੀਫਿਟ ਹੁੰਦਾ ਹੈ ਬਟ ਪ੍ਰੋਫਿਟ ਹੁੰਦਾ ਹੈ ਤਾਂ ਇਕਨੋਮਿਕਸ ਆਫ ਸਕੇਲ ਹੁੰਦਾ ਮੀਨਸ ਲਾਰਜ ਕੁਆਂਟੀਟੀ ਦੇ ਵਿੱਚ ਲਾਰਜ ਲੈਵਲ ਤੇ ਲਾਰਜ ਜਿਹੜੀਆਂ ਫਰਮਸ ਨੇ ਉਹਨਾਂ ਨੂੰ ਬੈਨੀਫਿਟ ਹੁੰਦਾ ਮੰਨ ਲਓ ਕੋਈ ਇੱਕ ਫਰਮ ਹੈ ਠੀਕ ਹੈ ਆਪਣੇ ਏਰੀਏ ਦੇ ਵਿੱਚ ਉਹਨੇ ਇੱਕ ਫਰਮਸ ਨੇ ਕਾਰ ਦੀ ਫੈਕਟਰੀ ਲਗਾ ਦਿੱਤੀ ਹੈ ਤਾਂ ਕਾਰ ਦੀ ਫੈਕਟਰੀ ਜਦੋਂ ਉਹ ਲਗਾਏਗੀ ਤਾਂ ਕਾਰ ਨਾਲ ਰਿਲੇਟਡ ਡਿਫਰੈਂਟ ਜਿਹੜੀਆਂ ਫੈਕਟਰੀਜ਼ ਨੇ ਉਹ ਵੀ ਆਪਣੇ ਆਪ ਲੱਗ ਜਾਂਦੀਆਂ ਤੇ ਉਸ ਤੋਂ ਬਾਅਦ ਕਾਰ ਦੀ ਜਿੱਥੇ ਸਰਵਿਸਿਜ਼ ਅਵੇਲੇਬਲ ਹੈ ਕਾਰ ਬਣ ਰਹੀ ਹੈ ਉੱਥੇ ਫਿਰ ਪੈਟਰੋਲ ਪੰਪ ਵੀ ਲੱਗੇਗਾ ਠੀਕ ਹੈ ਉੱਥੇ ਫਿਰ ਮਕੈਨਿਕ ਦੀ ਸ਼ਾਪ ਵੀ ਹੋਏਗੀ ਠੀਕ ਹੈ ਰਿਪੇਅਰ ਕਰਨ ਦੇ ਲਈ ਤਾਂ ਉੱਥੇ ਕੀ ਹੋ ਗਿਆ ਡਿਫਰੈਂਟ ਟਾਈਪਸ ਆਫ ਇੰਡਸਟਰੀਜ਼ ਬਣ ਗਈਆਂ ਜਿਹਦੇ ਥਰੂ ਕੀ ਆ ਸਾਰੀਆਂ ਇੰਡਸਟਰੀਜ਼ ਨੂੰ ਇੰਡਸਟਰੀ ਦੇ ਥਰੂ ਕੀ ਹੋ ਰਿਹਾ ਬੈਨੀਫਿਟ ਹੋ ਰਿਹਾ ਤਾਂ ਇਹ ਮੋਨੋਪੋਲੀ ਨੂੰ ਛੱਡ ਕੇ ਕਿਹਦੇ ਵਿੱਚ ਆ ਜਾਂਦੀਆਂ ਨੇ oligopoly ਐਗਜ਼ਿਸਟ ਕਰਦੀ ਜਿਹਦੇ ਵਿੱਚ ਫਿਊ ਫਰਮਸ ਨੇ ਜਿਹੜੀਆਂ ਉਹ ਜਨਰੇਟ ਹੋ ਜਾਂਦੀਆਂ ਠੀਕ ਹੈ ਤੇ ਬੈਨੀਫਿਟਸ ਗੇਨ ਉਸ ਤੋਂ ਬਾਅਦ ਸੁਪੀਰੀਅਰ ਐਂਟਰਪ੍ਰੀਨਿਓਰਸ ਕਹਿੰਦੇ ਜਿਹੜੇ oligopoly ਦੇ ਐਂਟਰਪ੍ਰੀਨਿਓਰਸ ਹੁੰਦੇ ਨੇ ਉਹ ਸੁਪੀਰੀਅਰਸ ਹੁੰਦੇ ਨੇ ਸੁਪੀਰੀਅਰ ਤਦ ਹੁੰਦੇ ਨੇ ਜਿਹੜੇ ਆਪਣੇ ਲੋ ਲੈਵਲ ਆਫ ਰਾਈਵਲਸ ਨੇ ਉਹ ਉਹਨਾਂ ਨੂੰ ਨੀਚੇ ਕਰਦੇ ਨੇ ਠੀਕ ਹੈ ਕਿਉਂਕਿ ਕੰਪੀਟੀਸ਼ਨ ਹੁੰਦਾ oligopoly ਦੇ ਵਿੱਚ oligopoly ਦੇ ਵਿੱਚ ਜਿਹੜੇ ਵੀਕ ਆਪਣੇ ਰਾਈਵਲਸ ਹੁੰਦੇ ਨੇ ਇਹ ਉਹਨਾਂ ਨੂੰ ਕੰਪੀਟ ਕਰਕੇ ਸੁਪਰ ਨਾਰਮਲ ਪ੍ਰੋਫਿਟਸ ਗੇਨ ਕਰਦੇ ਨੇ ਠੀਕ ਹੈ ਕਿਉਂਕਿ ਸੁਪੀਰੀਅਰ ਐਂਟਰਪ੍ਰੀਨਿਓਰਸ ਕੀ ਕਰੇਗਾ ਸੁਪੀਰੀਅਰ ਐਂਟਰਪ੍ਰੀਨਿਓਰਸ ਉਹ ਹੋਏਗਾ ਜੋ ਆਪਣੇ ਪ੍ਰੋਡਕਸ਼ਨ ਦੇ ਥਰੂ ਸੁਪਰ ਨਾਰਮਲ ਪ੍ਰੋਫਿਟ ਗੇਨ ਕਰੇਗਾ ਮਾਰਕੀਟ ਦੇ ਵਿੱਚ ਜਿਹਦੇ ਪ੍ਰੋਡਕਟਸ ਦੀ ਕਾਸਟ ਦੂਸਰੇ ਆਪਣੇ ਰਾਈਵਲਸ ਦੇ ਨਾਲੋਂ ਕੀ ਹੋਏਗੀ ਘੱਟ ਹੋਏਗੀ ਅਗਰ ਕਾਸਟ ਘੱਟ ਹੋਏਗੀ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਤਾਂ ਇਟਸ ਮੀਨਸ ਰੈਵਨਿਊ ਜ਼ਿਆਦਾ ਹੋਏਗਾ डिमांड ज़्यादा होगी लेकिन कॉस्ट उस नालों घट है प्राइस ज़्यादा है तब की है दिस इज अ सुपीरियर एंटरप्रेन्योर्स जो अपने बिजनेस ਨੂੰ लार्ज लेवल ਤੇ ਲੈ ਕੇ ਉਸ ਤੋਂ ਬਾਅਦ ਹੈ ਮਰਜਰਸ ਦਾ ਮਤਲਬ ਆਪਣੀਆਂ ਜੋ ਫਰਮਸ ਨੇ ਉਹਨਾਂ ਨੂੰ ਮਰਜ ਕਰਨਾ ਜਦ ਟੂ ਐਂਡ ਮੋਰ ਦੈਨ ਟੂ ਫਰਮਸ ਕੀ ਕਰਦੀਆਂ ਨੇ ਇੱਕ ਦੂਸਰੇ ਨਾਲ ਮਰਜ ਹੋ ਜਾਂਦੀਆਂ ਨੇ ਟੂ ਫਰਮਸ ਆਪਣੇ ਦੇ ਵਿੱਚ ਐਕਸਪਲਿਸਿਟ ਐਂਡ अपने एग्रीमेंट साइन कर दिए ने और एग्रीमेंट साइंस करके मिलके वर्क कर दिए ने कोलैबोरेशंस कर दिए ने कोल्यूजन्स कर दिए ने जिदे थ्रू दोनों ਨੂੰ ਕੀ ਹੁੰਦਾ ਬੈਨੀਫਿਟਸ ਹੁੰਦਾ ਇਹ ਟੂ ਵੀ ਹੋ ਸਕਦੇ ਨੇ ਮੋਰ ਦੈਨ ਟੂ ਵੀ ਹੋ ਸਕਦੇ ਆ ਬਟ ਫਿਊ ਫਰਮਸ ਮਰਜ ਹੋ ਕੇ ਕੀ ਕਰਦੀਆਂ ਨੇ ਬਿਜ਼ਨਸ ਸਟਾਰਟ ਕਰਦੀਆਂ ਨੇ ਤੇ ਇਹਨਾਂ ਦਾ ਪ੍ਰਾਈਸ ਵੀ ਇੱਕ ਦੂਸਰੇ ਨਾਲ ਰਿਲੇਟ ਕਰਦਾ ਹੈ ਐਂਡ ਕੁਆਂਟੀਟੀ ਵੀ ਜੋ ਇਹਨਾਂ ਨੇ ਆਊਟਪੁੱਟ ਪ੍ਰੋਡਿਊਸ ਕਰਨੀ ਆ ਉਸ ਤੋਂ ਬਾਅਦ ਡਿਫਿਕਲਟੀਜ਼ ਆਫ ਐਂਟਰੀ ਇਨਟੂ ਦਾ ਇੰਡਸਟਰੀ ਹੁਣ oligopoly ਦੇ ਵਿੱਚ ਜਿੰਨੀਆਂ ਵੀ ਕੁਝ ਫਿਊ ਫਰਮਸ ਨੇ ਜਿਨ੍ਹਾਂ ਨੇ ਪੇਟੈਂਟ ਤੇ ਲਾਇਸੈਂਸ ਲਿੱਤਾ ਹੋਇਆ ਹੈ ਇੰਡਸਟਰੀ ਦੇ ਵਿੱਚ ਤਾਂ ਕੋਈ ਵੀ ਨਿਊ ਫਰਮ ਆ ਜਿਹੜੀ ਉਹ ਈਜ਼ੀਲੀ ਇੰਡਸਟਰੀ ਦੇ ਵਿੱਚ ਐਂਟਰ ਨਹੀਂ ਹੋ ਸਕਦੀ ਜੋ ਇਹ ਫਰਮਸ ਲਾਸ ਜਾਂ ਪ੍ਰੋਫਿਟ ਬੀਅਰਸ ਕਰਦੀਆਂ ਨੇ ਤਾਂ ਨਿਊ ਫਰਮਸ ਨੂੰ ਰਿਸਟ੍ਰਿਕਸ਼ਨਸ ਨੇ ਉਹ ਐਂਟਰ ਹੋ ਕੇ ਉਹ ਨਹੀਂ ਕਰ ਸਕਦੀ ਤੇ ਇਹ ਸੀਗੇ ਆਪਣੇ ਕਾਜ਼ਸ ਐਂਡ ਫੀਚਰਸ ਆਫ oligopoly ਉਸ ਤੋਂ ਬਾਅਦ ਪ੍ਰਾਈਸ ਐਂਡ ਆਊਟਪੁੱਟ ਅੰਡਰ oligopoly ਦੇਖੋ oligopoly ਦੇ ਵਿੱਚ ਪ੍ਰਾਈਸ ਐਂਡ ਆਊਟਪੁੱਟ ਡਿਟਰਮੀਨੇਸ਼ਨ ਕਿੱਦਾਂ ਹੁੰਦਾ ਹੈ ਸਭ ਤੋਂ ਪਹਿਲਾਂ ਦੇਖੋ oligopoly ਮਾਰਕੀਟ ਦੀ ਉਹ ਸਿਚੁਏਸ਼ਨ ਹੈ ਜਿਹਦੇ ਵਿੱਚ ਫਿਊ ਫਰਮਸ ਨੇ
फ्यू फर्म्स ने ते ਜਿਹੜੇ ਆਪਣੇ ਪ੍ਰੋਡਕਟਸ ਨੇ ਉਹ ਹੋਮੋਜੀਨੀਅਸ ਐਂਡ ਹੈਟਰੋਜੀਨੀਅਸ ਦੋਵੇਂ ਹੋ ਸਕਦੇ ਨੇ, ਕਲੋਜ਼ ਸਬਸਟੀਟਿਊਸ਼ਨ ਵੀ ਹੋ ਸਕਦੀ ਹੈ। ਤੇ ਇਹਨਾਂ ਦਾ ਮੇਨ ਮੋਟਿਵ ਕੀ ਆ? ਪ੍ਰੋਫਿਟ ਮੈਕਸਿਮਾਈਜੇਸ਼ਨ ਹੈ। ਤੇ ਜਿਹੜਾ ਇਹਨਾਂ ਦਾ ਪ੍ਰਾਈਸ ਐਂਡ ਆਊਟਪੁੱਟ ਡਿਟਰਮੀਨੇਸ਼ਨ ਹੈ ਇਹ ਪਰਫੈਕਟ ਕੰਪੀਟੀਸ਼ਨ ਦੀ ਤਰ੍ਹਾਂ ਇੱਕ ਜਗ੍ਹਾ ਤੇ ਫਿਕਸ ਨਹੀਂ ਹੁੰਦਾ। ਮਤਲਬ ਪ੍ਰੋਪਰ ਪ੍ਰਾਈਸ ਤੇ ਆਊਟਪੁੱਟ ਫਿਕਸ ਨਹੀਂ ਹੁੰਦੀ। ਪ੍ਰਾਈਸ ਤੇ ਆਊਟਪੁੱਟ ਹੈ ਜਿਹੜੀ ਉਹ ਡਿਮਾਂਡ ਤੇ ਡਿਪੈਂਡ ਕਰਦੀ ਆ। डिमांड ਤੇ ਡਿਪੈਂਡ ਕਰਦੀ ਹੈ। ਡਿਮਾਂਡ ਇਨਕਰੀਜ਼ ਡਿਕਰੀਜ਼ ਹੁੰਦੀ ਹੈ ਤਦ ਪ੍ਰਾਈਸ ਇਨਕਰੀਜ਼ ਡਿਕਰੀਜ਼ ਹੋ ਸਕਦੀ ਆ। ਤੇ ਮਾਰਕੀਟ ਦੇ ਵਿੱਚ ਫਿਊ ਜਿਹੜੇ ਸੈਲਰਸ ਨੇ, ਪ੍ਰੋਡਿਊਸਰਸ ਨੇ, ਉਹਨਾਂ ਦੇ ਪ੍ਰੋਡਕਟਸ ਨੇ ਜਿਹੜੇ ਉਹ ਕਲੋਜ਼ ਸਬਸਟੀਟਿਊਸ਼ਨਸ ਨੇ, ਤਦ ਉਹ ਈਜ਼ੀਲੀ ਹਰ ਇੱਕ ਫਰਮ ਆਪਣੇ ਪ੍ਰਾਈਸ ਨੂੰ ਬਹੁਤ ਜ਼ਿਆਦਾ ਇਨਕਰੀਜ਼ ਤੇ ਬਹੁਤ ਜ਼ਿਆਦਾ ਡਿਕਰੀਜ਼ ਨਹੀਂ ਕਰ ਸਕਦੀ, ਕਿਉਂਕਿ ਇਹਦੇ ਨਾਲ ਉਸ ਪ੍ਰੋਡਕਟ ਦੀ ਡਿਮਾਂਡ ਤੇ ਕੀ ਪਏਗਾ? ਇਫੈਕਟ ਪਏਗਾ। ਤਦ ਅਲੀਗਲੀ ਦੇ ਵਿੱਚ ਕਿਸੇ ਵੀ ਇੱਕ ਫਰਮ ਦੀ ਜਿਹੜੀ ਪ੍ਰਾਈਸ ਤੇ ਆਊਟਪੁੱਟ ਹੈ, ਪ੍ਰਾਈਸ ਹੈ, ਉਹ ਦੂਸਰੀਆਂ ਫਰਮਸ ਦੇ ਪ੍ਰੋਡਕਟ ਦੀ ਪ੍ਰਾਈਸ ਤੇ ਆਊਟਪੁੱਟ ਤੇ ਡਿਪੈਂਡ ਕਰਦੀ ਹੈ। ਮੈਂ ਦੇਖਣਾ ਹੈ ਕਿ ਅਲੀਗੋਪਲੀ ਦੇ ਵਿੱਚ ਇੱਕ ਮੇਰੀ ਫਰਮ ਹੈ, ਮੈਂ ਉਹਦਾ ਪ੍ਰਾਈਸ ਕਿੰਨਾ ਫਿਕਸ ਕਰਨਾ ਹੈ। ਤਾਂ ਮੇਰਾ ਪ੍ਰੋਡਕਟ ਦੂਸਰਿਆਂ ਦਾ ਕਲੋਜ਼ ਸਬਸਟੀਟਿਊਸ਼ਨ ਹੈ। ਮੈਂ ਜੋ ਦੂਸਰੀਆਂ ਫਰਮਸ ਪ੍ਰੋਡਕਟ ਨੂੰ ਪ੍ਰੋਡਿਊਸ ਕਰ ਰਹੀਆਂ ਨੇ ਉਹਨਾਂ ਦੀ ਨਜ਼ਦੀਕੀ ਹੀ ਆਪਣੀ ਪ੍ਰਾਈਸ ਨੂੰ ਸੈੱਟ ਕਰੂੰਗੀ। अगर तो मैं प्राइस ज़्यादा फिक्स कर देनी हाँ, तब फिर की हो जाएगा? मेरे प्रोडक्ट की डिमांड घट जाएगी। मेरे प्रोडक्ट को छड़ के बाकी जड़ियाँ फर्म्स ने उन्होंने प्रोडक्ट की डिमांड बढ़ेगी। अगर प्राइस घट करता तो हो फर्म्स प्राइस घट नहीं करनगियां, वो मेरे प्रोडक्ट्स को फॉलो करनगियां, तब किहदे करके होएगा? मैनू लॉस भी हो सकता है। तब कहते प्राइस ते जी आउटपुट डिमांड पे डिपेंड करती है एंड प्राइस जो राइवल्स फर्म्स ने उन्होंने प्रोडक्ट्स की प्राइस ते डिमांड पे भी डिपेंड करती है। तब मैं कह सकती कि ओलिगोपोली दे विच थ्रू कोलैबोरेशन, थ्रू कार्टल, मतलब इन्हां दे थ्रू जो है प्राइसिस फिक्स की जाती है। तब डिफरेंट इकोनॉमिस्ट ने डिफरेंट व्यू दिते ने प्राइस ਨੂੰ ਫਿਕਸ ਕਰਨ ਦੇ ਲਈ। ਤਾਂ 3 ਟਾਈਪਸ ਆਫ ਇਹਨਾਂ ਨੇ ਸਿਚੁਏਸ਼ਨਸ ਦਿੱਤੀਆਂ ਨੇ ਕਿ ਕਿੱਦਾਂ ਆਪਣੀ ਜਿਹੜੀ ਆਪਾਂ ਪ੍ਰਾਈਸ ਹੈ ਉਹਨੂੰ ਫਿਕਸ ਕਰ ਸਕਦੇ ਹਾਂ। ਕਹਿੰਦੇ ਸਮ ਇਕਨੋਮਿਕਸ ਆਰ ਕਾਰਡ ਕਿ ਜਿਹੜੀ ਪ੍ਰਾਈਸ ਆ ਉਹ ਇੰਟਰਡਿਪੈਂਡੈਂਸ ਹੈ, मतलब वो एक दूसरे पे डिपेंड नहीं कर सकती। ਆਪਾਂ ਆਪਣੇ ਅਕੋਰਡਿੰਗਸ ਆਪਣੇ ਜੋ ਹੈ ਗੁੱਡ ਪ੍ਰੋਡਕਟ ਉਹਦੀ ਪ੍ਰਾਈਸਿਸ ਨੂੰ ਫਿਕਸ ਕਰ ਸਕਦੇ ਹਾਂ। ਕਹਿੰਦੇ ਅਗਰ ਅਦਰ ਜਿਹੜੇ ਇਕਨੋਮਿਸਟ ਨੇ ਉਹ ਪੋਲਿਊਸ਼ਨ ਨੂੰ ਮੇਨ ਦੱਸਦੇ ਨੇ ਕਿ ਪੋਲਿਊਸ਼ਨਸ ਕਰਦੇ ਨੇ। ਜੋ ਡਿਫਰੈਂਟ ਫਰਮਸ ਨੇ ਉਹ ਮਿਲ ਕੇ ਇੱਕ ਐਗਰੀਮੈਂਟ ਸਾਈਨ ਕਰਦੀਆਂ ਨੇ ਤੇ ਉਹਦੇ ਵਿੱਚ ਉਹ ਆਪਣੀ ਜਿਹੜੀ ਪ੍ਰਾਈਸ ਹੈ ਤੇ ਆਊਟਪੁੱਟ ਹੈ ਉਹਨੂੰ ਫਿਕਸ ਕਰਦੀਆਂ ਨੇ ਕਿ ਅਸੀਂ ਇਕੱਠੀਆਂ ਫਰਮਸ ਨੇ ਇਸੇ ਜੋ ਹੈ ਪ੍ਰਾਈਸ ਤੇ ਆਪਣੇ ਪ੍ਰੋਡਕਟਸ ਨੂੰ ਸੇਲ ਕਰਨਾ ਹੈ। ਇਹਨੂੰ ਕਾਰਟਲ ਵੀ ਬੋਲਦੇ ਨੇ। ਤੇ ਅਦਰ ਕਹਿੰਦੇ ਪ੍ਰੋਬਲਮਸ ਕੀ ਨੇ ਹੋਰ? ਕਹਿੰਦੇ ਜੋ ਅਲੀਗੋਪੋਲੀ ਦੇ ਵਿੱਚ ਮੋਸਟਲੀ ਪ੍ਰਾਈਸ ਤੇ ਆਊਟਪੁੱਟ ਨੂੰ ਲੈ ਕੇ ਆ ਰਹੀਆਂ ਨੇ, ਕਿਉਂਕਿ ਜਿਹੜੇ ਡਿਫਰੈਂਟ ਟਾਈਪਸ ਆਫ ਫਰਮਸ ਹੁੰਦੀਆਂ ਨੇ, ਇਹ ਫਰਮਸ ਐਂਡ ਇਹ ਫਰਮ ਦੇ ਰਾਈਵਲਸ, ਤਾਂ ਉਹ ਰਾਈਵਲਸ ਤੇ ਜੋ ਹੈ ਰਿਐਕਸ਼ਨਸ ਉਹਨਾਂ ਨੂੰ ਦੇਖਦੇ ਹੋਏ ਹੀ ਕਿ ਰਾਈਵਲ ਫਰਮਸ ਕੀ ਕਰ ਰਹੀਆਂ ਨੇ, ਉਹਨਾਂ ਦੀ ਸਿਚੁਏਸ਼ਨ ਕੀ ਹੈ, ਉਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਜ਼ਿਆਦਾ ਹੈ ਜਾਂ ਘੱਟ ਹੈ। ਜੇ ਉਹਨਾਂ ਦੇ ਪ੍ਰੋਡਕਟਸ ਦੀ ਡਿਮਾਂਡ ਹੈ ਤਾਂ ਆਪਾਂ ਨੇ ਆਪਣੇ ਪ੍ਰੋਡਕਟਸ ਦੀ ਡਿਮਾਂਡ ਵੀ ਇਨਕਰੀਜ਼ ਕਰਨੀ ਆ, ਤਾਂ ਆਪਾਂ ਆਪਣੇ ਪ੍ਰੋਡਕਟਸ ਦੀ ਜਿਹੜੀ ਪ੍ਰਾਈਸ ਹੈ ਥੋੜੀ ਜਿਹੀ ਲੋ ਰੱਖਾਂਗੇ। ਅਗਰ ਸਾਨੂੰ ਲੱਗਦਾ ਹੈ ਕਿ ਨਹੀਂ ਸਾਡੇ ਪ੍ਰੋਡਕਟ ਦੀ ਡਿਮਾਂਡ ਉਹਨਾਂ ਦੇ ਨਾਲੋਂ ਜ਼ਿਆਦਾ ਹੈ ਤਦ ਅਸੀਂ ਆਪਣੇ ਪ੍ਰੋਡਕਟ ਦੀ ਥੋੜੀ ਜਿਹੀ ਪ੍ਰਾਈਸ ਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਮੇਨ ਪ੍ਰੋਬਲਮਸ ਇਹ ਨੇ ਕਿ ਮਾਰਕੀਟ ਦੇ ਵਿੱਚ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਚੱਲ ਰਹੀਆਂ ਨੇ, ਮਾਰਕੀਟ ਦੇ ਵਿੱਚ ਮੇਰਾ ਐਕਚੁਅਲ ਦੇ ਵਿੱਚ ਹੁੰਦੀ ਪੋਜੀਸ਼ਨ ਹੈ ਕਿ ਉਸ ਨੂੰ ਦੇਖਦੇ ਹੋਏ ਕੀ ਹੈ ਜੋ ਮੈਂ ਆਪਣੀ ਪ੍ਰਾਈਸ ਹੈ ਉਹਨੂੰ ਸੈੱਟ ਕਰਾਂਗੀ। ਤਾਂ ਜਿਹੜੇ ਡਿਫਰੈਂਟ ਇਕਨੋਮਿਸਟ ਨੇ ਉਹਨਾਂ ਨੇ 3 ਮਾਡਲਸ ਦੱਸੇ ਨੇ ਜਿਹਦੇ ਥਰੂ ਆਪਾਂ ਦੇਖਾਂਗੇ ਕਿ ਪ੍ਰਾਈਸ ਓਲੀਗੋਪੋਲੀ ਦੇ ਵਿੱਚ ਕਿੱਦਾਂ ਸੈੱਟ ਹੁੰਦੀ। ਤਾਂ ਸਭ ਤੋਂ ਪਹਿਲਾਂ ਹੈ ਕਾਰਟਲ। ਕਾਰਟਲ ਦੇ ਵਿੱਚ ਕੀ ਆਂਦਾ ਹੈ? ਕਾਰਟਲ ਦੇ ਵਿੱਚ ਹੁੰਦਾ ਹੈ ਕੋਲੈਬੋਰੇਸ਼ਨ ਦੇ ਥਰੂ, ਜਦੋਂ ਆਪਾਂ ਕੀ ਕਰਦੇ ਹਾਂ ਡਿਫਰੈਂਟ ਜਿਹੜੀਆਂ ਆਪਣੀਆਂ ਫਰਮਸ ਨੇ ਉਹ ਇੱਕ ਦੂਸਰੇ ਨਾਲ ਕੋਲੈਬੋਰੇਟ ਕਰਕੇ ਚੱਲਦੀਆਂ ਨੇ। ਕੋਲੈਬੋਰੇਟ ਕਰਕੇ ਚੱਲਦੀਆਂ ਨੇ ਮਤਲਬ 2 ਜਾਂ ਮੋਰ ਦੈਨ 2 ਫਰਮਸ ਨੇ ਜਿਹੜੀਆਂ ਉਹ ਕੋਲੈਬੋਰੇਸ਼ਨ ਦੇ ਥਰੂ ਕੋਲੈਬੋਰੇਟ ਕਰਕੇ ਚੱਲਦੀਆਂ ਨੇ। ਤਾਂ ਉਹਨਾਂ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ ਜਿਹਦੇ ਵਿੱਚ ਉਹਨਾਂ ਨੇ ਰਿਟਨ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਇਸ ਪ੍ਰਾਈਸ ਤੇ ਹੀ ਆਪਾਂ ਨੇ ਆਪਣੇ ਪ੍ਰੋਡਕਟ ਨੂੰ ਕੀ ਕਰਨਾ ਹੈ, ਸੇਲ ਕਰਨਾ ਹੈ। ਤਾਂ ਕਾਰਟਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਾਰਟਲ ਕੋਲੈਬੋਰੇਸ਼ਨ ਦੀ ਸਿਚੁਏਸ਼ਨ ਹੈ ਜਿਹਦੇ ਵਿੱਚ ਅਸੀਂ ਕੋਲੈਬੋਰੇਟ ਕਰਕੇ ਚੱਲਦੇ ਹਾਂ, ਡਿਫਰੈਂਟ ਫਰਮਸ ਕੋਲੈਬੋਰੇਟ ਕਰਕੇ ਚੱਲਦੀਆਂ ਨੇ ਤੇ 2 ਐਂਡ ਮੋਰ ਦੈਨ 2 ਫਰਮਸ ਵੀ ਇਹਦੇ ਵਿੱਚ ਐਂਟਰ ਹੋ ਸਕਦੀ ਨੇ। ਇਹਨੂੰ ਕਲੂਜ਼ਨ ਵੀ ਬੋਲਦੇ, ਕਲੂਜ਼ਨ, ਠੀਕ ਹੈ।
ਇਹਦੇ ਵਿੱਚ ਜਿਹੜੀਆਂ ਟੂ ਫਰਮਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਕਹਿੰਦੇ ਆਊਟਪੁੱਟ ਤੇ ਪ੍ਰਾਈਸ ਫਿਕਸ ਕੀਤੀ ਜਾਂਦੀ ਆ ਤੇ ਸਭ ਤੋਂ ਪਹਿਲਾਂ ਜਿਹੜੀ ਆਊਟਪੁੱਟ ਹੈ ਆਊਟਪੁੱਟ ਨੂੰ ਇੱਕ ਫਰਮ ਡਿਸੀਜਨਸ ਲੈਂਦੀ ਹੈ ਕਿ ਮੈਂ ਐਨੀ ਆਊਟਪੁੱਟ ਹੈ ਐਨੀ ਪ੍ਰਾਈਸ ਹੈ ਉਹਨੂੰ ਕਰਨਾ ਹੈ ਤੇ ਦੂਸਰੀ ਫਰਮ ਉਹੀ ਪ੍ਰਾਈਸ ਤੇ ਆਊਟਪੁੱਟ ਤੇ ਕੀ ਕਰਦੀ ਹੈ ਆਪਣੇ ਪ੍ਰੋਡਕਟਸ ਨੂੰ ਸੇਲ ਕਰਦੀ ਹੈ ਤੇ ਦੂਸਰੀ ਫਰਮ ਪਹਿਲਾਂ ਐਕਸ਼ਨ ਨਹੀਂ ਕਰਦੀ ਪਹਿਲਾਂ ਜੋ ਫਰਸਟ ਵਾਲੀ ਫਰਮ ਹੈ ਉਹਨੂੰ ਹੀ ਐਕਸ਼ਨ ਲੈਣਾ ਪੈਂਦਾ ਹੈ ਦਿਸ ਇਜ਼ ਅ ਕਾਰਨੋਟ मॉडल जो फर्स्ट मॉडल है अपने इकोनॉमिस्ट का ये जो है अपने 1838 ਦੇ ਵਿੱਚ ਅਗਸਤ ਕਾਰਨੋਟ ਨੇ ਇੰਟਰੋਡਿਊਸ ਕੀਤਾ ਸੀਗਾ ਸਿੰਪਲ ਮॉडल है ਡਿਊਪੋਲਿਸ ਦਾ that remains the standard model of oligopolistic competition ਕਹਿੰਦੇ oligopolistic competition ਦਾ ਇੱਕ ਸਟੈਂਡਰਡ ਮਾਡਲ ਹੈ ਜਿਹਨੂੰ ਪੇਸ਼ ਕੀਤਾ ਸੀ ਇਹ ਇਹਦੇ ਵਿੱਚ ਮੋਸਟਲੀ ਜੋ ਹੈ ਡਿਊਪੋਲਿਸ ਦੀਆਂ ਜਿਹੜੀਆਂ ਆਪਣੀਆਂ ਫੀਚਰਸ ਨੇ ਉਹ ਪਾਏ ਜਾਂਦੇ ਨੇ ਡਿਊਪੋਲਿਸ ਮੀਨਸ ਟੂ ਫਰਮਸ ਕਹਿੰਦੇ ਇਹਦੇ ਵਿੱਚ ਮੋਸਟਲੀ ਕੀ ਹੁੰਦੀਆਂ ਨੇ ਟੂ ਫਰਮਸ ਹੁੰਦੀਆਂ ਨੇ ਤਾਂ ਤੁਸੀਂ ਇਹਦੇ ਬੇਸਿਕ ਜੋ ਹੈ ਮੇਨ ਅਸੰਪਸ਼ਨਸ ਦੇ ਸਕਦੇ ਹੋ ਇਸ ਮਾਡਲ ਦੀਆਂ ਤਾਂ ਫਰਸਟ ਇਜ਼ the two firms produce homogeneous and indistinguishable goods ਕਹਿੰਦੇ ਕਾਰਨੋਟ ਮਾਡਲ ਦੇ ਵਿੱਚ ਜੋ ਫਰਮਸ ਨੇ ਮਿਲ ਕੇ ਚੱਲਦੀਆਂ ਨੇ ਉਹਦੇ ਵਿੱਚ ਓਨਲੀ ਟੂ ਫਰਮਸ ਹੋਣਗੀਆਂ ਜਿਨ੍ਹਾਂ ਦੇ ਵਿੱਚ ਉਹ ਇੱਕ ਜਾਂ ਤਾਂ ਹੋਮੋਜੀਨੀਅਸ ਪ੍ਰੋਡਕਟ ਨੂੰ ਪ੍ਰੋਡਿਊਸ ਕਰਨਗੀਆਂ ਜਾਂ ਫਿਰ ਹੈਟਰੋਜੀਨੀਅਸ ਪ੍ਰੋਡਕਟਸ ਹੋਮੋਜੀਨੀਅਸ ਸੇਮ ਤਰ੍ਹਾਂ ਦੇ ਪ੍ਰੋਡਕਟਸ ਨੂੰ ਦੋਨੇ ਜਾਂ ਫਿਰ ਡਿਫਰੈਂਟ ਪ੍ਰੋਡਕਟਸ ਨੂੰ ਕੀ ਆ ਪ੍ਰੋਡਿਊਸ ਕਰਨਗੀਆਂ there are no other firms in the market who produce the same or substitute goods ਕਹਿੰਦੇ ਮਾਰਕੀਟ ਦੇ ਵਿੱਚ ਕੋਈ ਵੀ ਫਰਮ ਨਹੀਂ ਹੈਗੀ ਜਿਹੜੀ ਜਾਂ ਤਾਂ ਉਹਨਾਂ ਦੇ ਨਾਲ ਦੀ ਸੇਮ ਗੁੱਡ ਨੂੰ ਪ੍ਰੋਡਿਊਸ ਕਰੇ ਜਾਂ ਉਹਨਾਂ ਦੇ ਕਲੋਜ਼ ਸਬਸਟੀਟਿਊਸ਼ਨ ਨੂੰ ਪ੍ਰੋਡਿਊਸ ਕਰੇ ਤਾਂ ਇੱਥੇ ਕੀ ਹੋ ਗਿਆ ਥੋੜਾ ਜਿਹਾ ਕੰਪੀਟੀਸ਼ਨ ਦੋ ਤੋਂ ਹਟ ਕੇ ਖਤਮ ਹੋ ਗਿਆ ਤੇ ਉਸ ਤੋਂ no other firms can or will enter the market ਤਾਂ ਇਹਦੇ ਵਿੱਚ ਕੀ ਆ ਕੋਈ ਨਿਊ ਫਰਮ ਆ ਜਿਹੜੀ ਉਹ ਮਾਰਕੀਟ ਦੇ ਵਿੱਚ ਨਹੀਂ ਆ ਸਕਦੀ ਤੇ ਕੋਈ ਜੋ ਪੁਰਾਣੀ ਫॉर्म है वो भी छड़ के नहीं जा सकती collusive behavior is prohibited firms cannot act together form a cartel ਕਹਿੰਦੇ ਹੁਣ ਕਾਰਟਲ ਦੇ ਵਿੱਚ ਜਿਹੜੀਆਂ ਟੂ ਫਰਮਸ ਨੇ ਜਿਨ੍ਹਾਂ ਨੇ ਕੋਲੈਬੋਰੇਸ਼ਨ ਕੀਤੀ ਹੋਈ ਆ ਉਹ ਇੱਕਦਮ ਟੂਗੇਦਰ ਐਕਸ਼ਨ ਨਹੀਂ ਲੈਂਦੀਆਂ ਤਾਂ ਸਭ ਤੋਂ ਪਹਿਲਾਂ ਫਰਮ ਜਿਹੜੀ ਏ ਹੈ ਉਹ ਐਕਸ਼ਨ ਲੈਂਦੀ ਆ ਅਗਰ ਫਰਮ ਏ ਨੇ ਪ੍ਰੋਡਕਸ਼ਨ ਵਧਾ ਦਿੱਤੀ ਤਾਂ ਉਸ ਦੀ ਸਿਚੁਏਸ਼ਨਸ ਨੂੰ ਦੇਖਦੇ ਹੋਏ ਹੀ जो अपने मैक्सिमम आउटपुट सैट की हुई आ जी बी फर्म है उन्होंने बताएगी पहला एक फर्म एक्शन करती है दूसरी उन्होंने देखती है तो उस तो बाद ही की करती है रिएक्शन के विच आती है तो उस तो बाद है देयर एग्जिस्ट वन मार्केट फॉर द प्रोडक्ट गुड्स कहते ये प्रोड्यूस गुड्स ने जो मार्केट के विच ओनली वन मार्केट के विच जिहड़ियां गुड्स ने एग्जिस्ट करदियां ने In addition to assumptions stated above, the corner duopoly model relies on the following. Each firm chooses a quantity to produce. कहते दोनों firms quantity ਨੂੰ produce ਕਰਨ ਦੇ ਲਈ choose ਕਰਦੀਆਂ ਨੇ ਕਿ ਮੈਂ ਇੰਨੀ production ਕਰਨੀ ਹੈ ਤੁਸੀਂ ਇੰਨੀ ਕਰਨੀ All firms make this choice simultaneously. कहते वो firm से depend करता कि उन्होंने choice भी ਇੱਕੋਦਮ अपनी output ਨੂੰ ਵਧਾਉਣਾ ਜਾਂ ਫਿਰ simultaneously ਹੌਲੀ ਦੂਸਰੇ ਨੂੰ ਦੇਖਦੇ ਹੋਏ. The model is restricted to a one stage game firms choose their quantity only once ਕਿਉਂਕਿ ਜਿਹੜੀਆਂ ਫਰਮਸ ਨੇ ਉਹ ਪਹਿਲਾਂ ਹੀ ਜੋ ਐਗਰੀਮੈਂਟ ਇਹਨਾਂ ਦੇ ਵਿੱਚ ਸਾਈਨ ਹੁੰਦਾ ਹੈ ਉਹਦੇ ਵਿੱਚ ਹੀ ਆਪਣੀ ਕੁਆਂਟੀਟੀ ਨੂੰ ਸੈੱਟ ਕਰਦੀਆਂ ਨੇ ਉਸ ਤੋਂ ਬਾਅਦ ਉਹ ਇਹਨੂੰ ਚੇਂਜ ਨਹੀਂ ਕਰ ਸਕਦੀਆਂ the cost structures of the firms are public information ਕਹਿੰਦੇ ਜਿਹੜੀ ਕਾਸਟ ਸਟਰਕਚਰ ਹੈ ਕਿ ਕਿੰਨੀ ਕਾਸਟ ਆ ਰਹੀ ਹੈ ਫਰਮਸ ਤੇ ਕਿੰਨਾ ਰੈਵਨਿਊ ਆ ਪਬਲਿਕ ਇਨਫੋਰਮੇਸ਼ਨ ਤੇ डिपेंड करता है पब्लिक कॉस्ट की प्राइसेस की फुल नॉलेज दिस इज द कॉर्नेट मॉडल ਤਾਂ ਤੁਸੀਂ ਦੇਖ ਸਕਦੇ ਹੋ ਕॉर्नेट मॉडल ਦੇ ਵਿੱਚ ਇਕੁਇਲਿਬਰੀਅਮ ਕਿ कॉर्नेट मॉडल ਹੈ ਜਿਹੜਾ ਉਹਦੇ ਵਿੱਚ ਇਕੁਇਲਿਬਰੀਅਮ ਕਿੱਦਾਂ ਹੋਏਗਾ ਕਿਸ ਸਿਚੁਏਸ਼ਨ ਦੇ ਵਿੱਚ ਹੋਏਗਾ ਕॉर्डन मॉडल ਦੇ ਵਿੱਚ ਇਕੁਇਲਿਬਰੀਅਮ ਕਹਿੰਦੇ ਇਹਦੇ ਵਿੱਚ ਨੈਸ਼ ਇਕੁਇਲਿਬਰੀਅਮ ਹੁੰਦਾ ਨੈਸ਼ ਇਕੁਇਲਿਬਰੀਅਮ ਮੀਨਸ ਜ਼ੀਰੋ कहते कोई इक्विलिब्रियम नहीं होता क्योंकि टू फर्म्स ने उन्होंने सिमुटेनियसली अपनी जो आउटपुट है उन्हें चूज करना होता है एक फर्म ने अपने नाल रिलेटेड आउटपुट डिसीजन ते दूसरी इको बार फिक्स करना होता है तो उसे आउटपुट ਨੂੰ ਕੀ ਕਰਦੀਆਂ ਨੇ ਪ੍ਰੋਡਿਊਸ ਕਰਦੀਆਂ ਨੇ ਤੇ ਬਾਅਦ ਦੇ ਵਿੱਚ ਚੇਂਜ ਨਹੀਂ ਕਰ ਸਕਦੀਆਂ ਤਾਂ ਇੱਕ ਫਰਮ ਪਹਿਲਾਂ ਕੀ ਕਰਦੀ ਹੈ ਆਪਣੀ ਪ੍ਰੋਡਕਸ਼ਨ ਨੂੰ ਪ੍ਰੋਡਿਊਸ ਕਰਦੀ ਹੈ ਤੇ ਉਸ ਨੂੰ ਦੇਖਦੇ ਹੋਏ ਦੂਸਰੀ ਫਰਮ ਪ੍ਰੋਡਕਸ਼ਨ ਕਰੇਗੀ ਠੀਕ ਹੈ ਤੇ ਪ੍ਰਾਈਸ ਇਹਨਾਂ ਦੇ ਵਿੱਚ ਸੈੱਟ ਹੁੰਦਾ ਇੱਕੋ ਪ੍ਰਾਈਸ ਤੇ ਆਪਣੀ ਪ੍ਰੋਡਕਸ਼ਨ ਨੂੰ ਕੀ ਕਰਦੀਆਂ ਨੇ ਇਹ ਸੇਲ ਕਰਦੀਆਂ ਨੈਸ਼ ਇਕੁਇਲਿਬਰੀਅਮ ਹੁੰਦਾ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਉਹ ਐਕਸ ਅਕਸ਼ ਤੇ अपनी आउटपुट ਤੇ ਫਰਮ 1 ਦੀ ਆउटपुट ਦਿਖਾਈ ਹੋਈ ਹੈ ਤੇ ਫਰਮ 2 ਦੀ ਆउटपुट ਦਿਖਾਈ ਹੋਈ ਹੈ ਉਹ ਐਕਸ ਐਕਸਿਸ ਤੇ
फर्म 1 की आउटपुट है वो एक्सिस माइनस ते फर्म 2 की आउटपुट है ते आउटपुट कितनी है वाई ओ आउटपुट है ठीक है आउटपुट ए फर्म ए दी ओ Q1 है ते फर्म बी दी ओ Q2 है ते मार्जिनल रेवेन्यू ऑफ फर्म 2 दा की है MR2 is a marginal revenue of firm 2 and MR1 is the marginal revenue of firm 1 and average revenue of firm 1 किया AR1 and average revenue of firm 2 AR2 दोनों की ने इक्वली स्टैंड कर दिया ने AR2 AR1 MR2 MR1 ਤੇ ਕੁਆਂਟੀਟੀ ਵੀ ਸੇਮ ਨੇ Q1 and Q2 ਤੇ ਇਹਦੇ ਵਿੱਚ ਕੀ ਹੈ ਨੈਸ਼ ਇਕੁਇਲਿਬ੍ਰੀਅਮ ਹੈ ਨੋ ਇਕੁਇਲਿਬ੍ਰੀਅਮ ਹੈ अपनी जी MR कर्व है तो MR1 कर्व है 2 कर्व है सेम पॉइंट पे कट करिए ने क्वांटिटी लाइन नु ठीक है तब आप इस डायग्राम के देख सकते हैं कि दोनों फॉर्म्स को जो बेनिफिट है वो इक्वल हो रहा ठीक है तो दिस इज अ नैश इक्विलिब्रियम कोई भी इक्विलिब्रियम नहीं कह सकते क्योंकि जी आउटपुट एक दूसरे को देखते हुए की होगी जनरेट नेक्स्ट सेकंड मॉडल है Stackelberg model. Stackelberg model is a same model as a Carnot models. उसी तरह ड्यूपॉली ਦੇ ਵਿੱਚ ਵਰਕ ਕਰਦਾ ਹੈ ਜਿਸ ਤਰ੍ਹਾਂ ਆਪਣਾ ਕਾਰਨਟ ਮਾਡਲ ਵਰਕ ਕਰਦਾ ਹੈ ਉਹਦੇ ਹੀ ਇਹਦੇ ਵਿੱਚ ਕੁਝ ਜਿਹੜੇ ਫੀਚਰਸ ਨੇ ਉਹ ਪਾਏ ਜਾਂਦੇ ਨੇ ਕਹਿੰਦੇ ਇਹਦੇ ਵਿੱਚ ਵੀ ਟੂ ਫਰਮਸ ਹੁੰਦੀਆਂ ਨੇ ड्यूपॉली ਹੀ ਪਾਈ ਜਾਂਦੀ ਹੈ ਤੇ ਈਚ ਫਰਮਸ ਕਹਿੰਦੇ ਕੀ ਆ ਕੁਆਂਟੀਟੀ ਫਿਕਸ ਕਰਦੀ ਹੈ ਕਹਿੰਦੇ ਦੋਨੇ ਫਰਮਸ ਦੇ ਵਿੱਚੋਂ ਜਿਹੜੀ ਈਚ ਫਰਮ ਹੈ ਇਹ फिक्स कर दिया क्वांटिटी कि मैं एनी क्वांटिटी जी प्रोडक्शन की प्रोड्यूस करनी है तो दूसरी फॉर्म भी मैं एनी क्वांटिटी की करनी है प्रोड्यूस करती है कहते ऑब्जर्वेबल ये मोस्टली की होंगे कहते ईच फॉर्म्स कैन ऑब्जर्व राइवल्स कहते हर एक फॉर्म सब तो पहले की करेगी अपनी जी राइवल्स फॉर्म है उन्होंने की करेगी ऑब्जर्व करेगी ये भी की वन स्टेज गेम है वन स्टेज गेम सिमल्टेनियस भी एक दूसरे को ऑब्जर्व करते हुए भी जो अपनी है आउटपुट उन्होंने इनक्रीज किया जाएगा सब तो पहला टू फॉर्म्स ने जो सेम क्वांटिटी या फिर डिफरेंट क्वांटिटी फिक्स कर दी ने आपस के कोलैबोरेट कर दी ने कि मैं इन्नी क्वांटिटी प्रोड्यूस करनी है तुसी भी चूज कर सकते हो कितनी प्रोड्यूस करनी है तो ये जो भी ए फर्म है जो अपनी क्वांटिटी को इनक्रीज करेगी प्रोडक्शन स्टार्ट करेगी तो बी फर्म सब तो पहले उन्होंने ऑब्जर्व करेगी कि आउटपुट की सिचुएशंस की है कि आउटपुट वो जो वो कर रहे हैं वो डिमांड हो भी रही है वो प्राइस कितनी है वो प्रॉफिट भी हो रहा या फिर लॉस तो नहीं हो रहा तो उन्होंने ऑब्जर्व करने तो बाद ही जी बी फर्म है वो अपनी आउटपुट नू की करेगी स्टार्ट करेगी तो ये मोस्टली जो है अपनी ऑब्जर्वल फीचर पाया जाता है दिस इज डिफरेंट ठीक है कॉर्डिनेट की तरह ही ये सेम जो है अपना मॉडल भी करता वर्क करता है उस तो बाद है थर्ड मॉडल दैट इज अ पाउल स्वीजी मॉडल एंड किंग डिमांड कर्व एनालिसिस भी बोले जाते हैं दिस इज अ थर्ड मॉडल जो आप किंग डिमांड कर्व भी बोल दिंने हैं ठीक है एक किने दिता सीगा पाउल स्वीजी मॉडल किया जाता पाउल स्वीजी ने दिता सीगा है तो दिस मॉडल वाज डेवलप्ड इंडिपेंडेंटली बाय प्रोफेसर पॉल एम स्वीजी on the one hand and Professor R.C. Hall and C.J. Hitch on the other hand. तो ਇਹਦੇ ਵਿੱਚ ਕੀ ਹੈ ਬੇਸਿਕ ਅਸੰਪਸ਼ਨਸ ਕੀ ਨੇ ਇਸ ਮਾਡਲ ਦੀਆਂ देयर आर ओनली अ few firms in an oligopolistic market the first difference is that from the Carnot and Stackelberg ਉਹਦੇ ਵਿੱਚ duopoly mostly mainly two firms ਸੀਗੀਆਂ ਲੇਕਿਨ ਇਹਦੇ ਵਿੱਚ few firms ਸੀਗੀਆਂ ਕਿ ਜਿਹੜੀ ਕੁਝ ਫਰਮਸ ਨੇ oligopolistic market ਦੇ ਵਿੱਚ ਪਾਈਆਂ ਜਾਂਦੀਆਂ ਨੇ the firms are producing close substitute products ਤੇ ਜਿਹੜੇ ਇਹਨਾਂ ਦੇ ਵਿੱਚ ਪ੍ਰੋਡਕਟਸ ਪ੍ਰੋਡਿਊਸ ਕੀਤੇ ਜਾਂਦੇ ਨੇ ਉਹ ਆਪਸ ਦੇ ਵਿੱਚ ਕੀ ਹੁੰਦੇ ਨੇ ਕਲੋਜ਼ ਸਬਸਟੀਟਿਊਸ਼ਨਸ ਹੁੰਦੇ ਨੇ ਕਲੋਜ਼ ਸਬਸਟੀਟਿਊਸ਼ਨਸ ਲਾਈਕ ਟੀ ਐਂਡ ਕਾਫੀ कि कोई फर्म टी की प्रोडक्शन कर रही है कोई कॉफी की प्रोडक्शन कर रही है जिन्होंने थ्रू कहते एक दूसरे की डिमांड को अफेक्ट किया जा सकता एंड उस तो बाद द क्वांटिटी ऑफ द प्रोडक्ट्स रिमेन कांस्टेंट एंड द फर्म डू नॉट स्पेंड ऑन एडवर्टाइजिंग फिर ਇਹਦੇ ਵਿੱਚ ਜਿਹੜੇ ਆਪਣੇ क्वांटिटी है जो इन्होंने जिन्हों की प्रोडक्शन करनी आ अपने प्रोड्यूसर्स ने फर्म्स ने वो की होंगी कॉन्सटेंट होंगी कि इन्नी क्वांटिटी है जी अपने वो प्रोड्यूस करनी आ तो जड़ियाँ फर्म्स ने वो एडवरटाइजमेंट से स्पेंड नहीं कर रही जबकि ओलिगोपॉलिस्टिक
ਦੇ ਵਿੱਚ ਕੀ ਹੁੰਦਾ ਹੈ, ਐਡਵਰਟਾਈਜ਼ਮੈਂਟ ਤੇ ਮੋਰ ਖਰਚਾ ਕੀਤਾ ਜਾਂਦਾ ਹੈ, ਲੇਕਿਨ ਇਸ ਮਾਡਲ ਦੇ ਥਰੂ ਐਡਵਰਟਾਈਜ਼ਮੈਂਟ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਫਰਮ ਪੈਸਾ ਸਪੈਂਡ ਨਹੀਂ ਕਰਦੀ। A set of prices of the product has already been determined and these prices prevail in the market at present। ਕਹਿੰਦੇ ਜਿਹੜਾ ਆਪਣਾ ਪ੍ਰਾਈਸਿਸ ਹੈ ਪ੍ਰੋਡਕਟਸ ਦਾ ਉਹ ਆਟੋਮੈਟਿਕਲੀ ਜਿਹੜੀ ਆਪਣੀ ਮਾਰਕੀਟ ਹੈ ਉਹਦੇ ਸੈੱਟ ਕੀਤਾ ਜਾਂਦਾ ਹੈ। Each firm believes that if it reduces the price of its product, the rival firm would follow suit. But if it is increases the price, the rivals would not follow it। ਕਹਿੰਦੇ ਪ੍ਰਾਈਸ ਮਾਰਕੀਟ ਦੇ ਵਿੱਚ ਪ੍ਰੈਜ਼ੈਂਟ ਸਿਚੁਏਸ਼ਨ ਦੇ ਥਰੂ ਆਪਾਂ ਨੇ ਸੈੱਟ ਕਰ ਦਿੱਤਾ ਕਿ ਅਗਰ ਦੂਸਰੇ ਦੇ ਪ੍ਰੋਡਕਟ ਦਾ 5 ਹੈ ਤਾਂ ਮੇਰੇ ਪ੍ਰੋਡਕਟ ਦਾ ਵੀ 5 ਹੈ। ਲੇਕਿਨ ਜੇਕਰ ਮੈਂ ਮਾਰਕੀਟ ਦੇ ਵਿੱਚ ਚਾਹਾਂ ਕਿ ਨਹੀਂ ਮੈਂ ਆਪਣੇ ਪ੍ਰੋਡਕਟ ਦੀ ਪ੍ਰਾਈਸ ਨੂੰ ਰਿਡਿਊਸ ਕਰ ਦਿੰਦੀ ਹਾਂ, ਜੇਕਰ ਮੈਂ ਰਿਡਿਊਸ ਕਰਤਾ ਦੈਟ ਮੀਨਸ ਮੇਰਾ ਕਲੋਜ਼ ਸਬਸਟੀਟਿਊਸ਼ਨ ਹੈ ਪ੍ਰੋਡਕਟ ਦਾ। ਮੇਰੇ ਪ੍ਰੋਡਕਟ ਦੀ ਪ੍ਰਾਈਸ ਰਿਡਿਊਸ ਕਰਨ ਦੇ ਨਾਲ ਕੀ ਹੋਏਗਾ, ਜਿਹੜੇ ਕਸਟਮਰਸ ਨੇ ਮੇਰੇ ਪ੍ਰੋਡਕਟ ਨੂੰ ਦੂਸਰੇ ਪ੍ਰੋਡਕਟ ਦੇ ਨਾਲੋਂ ਜ਼ਿਆਦਾ ਬਾਈ ਕਰਨਗੇ, ਦੂਸਰੇ ਪ੍ਰੋਡਕਟਸ ਨੂੰ ਛੱਡ ਕੇ ਮੇਰੇ ਪ੍ਰੋਡਕਟਸ ਨੂੰ ਬਾਈ ਕਰਨਗੇ। ਤਾਂ ਜਿਹੜੀ ਮੇਰੀ ਰਾਈਵਲ ਫਰਮਸ ਹੈ ਉਹ ਕੀ ਕਰਦੀ ਆ, ਆਪਣੇ ਪ੍ਰੋਡਕਟ ਦੀ ਜਿਹੜੀ ਪ੍ਰਾਈਸ ਹੈ ਉਹਨੂੰ ਵੀ ਕੀ ਕਰ ਦੇਗੀ, ਘਟਾ ਦੇਗੀ ਮੈਨੂੰ ਦੇਖਦੇ ਹੋਏ, ਕਿ ਤਾਂ ਜੋ ਜਿਹੜੇ ਮੇਰੇ ਕਸਟਮਰਸ ਨੇ ਉਹ ਦੂਸਰੇ ਫਰਮ ਦੇ ਪ੍ਰੋਡਕਟਸ ਦੀ ਡਿਮਾਂਡ ਨਾ ਵਧਾਉਣ, ਕਿਉਂਕਿ ਉਹਨਾਂ ਦੇ ਪ੍ਰੋਡਕਟ ਦੀ ਪ੍ਰਾਈਸ ਘਟ ਗਈ ਆ। ਤਦੋਂ ਆਪਣੇ ਪ੍ਰੋਡਕਟ ਦੀ ਪ੍ਰਾਈਸ ਵੀ ਘਟਾਉਣਗੇ, ਜਿਨ੍ਹਾਂ ਦੇ ਥਰੂ ਕੀ ਹੋ ਜਾਏਗਾ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਉਨੀ ਹੀ ਰਹੇਗੀ। ਲੇਕਿਨ ਅਗਰ ਦੂਸਰੀ ਫਰਮ ਕੀ ਕਰ ਦਿੰਦੀ ਆ, ਪ੍ਰਾਈਸਿਸ ਇਨਕਰੀਜ਼ ਕਰ ਦਿੰਦੀ ਆ, ਤਾਂ ਜਿਹੜੀ ਰਾਈਵਲ ਫਰਮ ਹੈ ਉਹ ਕਦੇ ਵੀ ਪ੍ਰਾਈਸ ਨੂੰ ਇਨਕਰੀਜ਼ ਕਰਨਾ ਪਸੰਦ ਨਹੀਂ ਕਰੇਗੀ, ਕਿਉਂਕਿ ਉਹਨੂੰ ਪਤਾ ਹੈ ਕਿ ਜੇ ਮੈਂ ਵੀ ਪ੍ਰਾਈਸਿਸ ਇਨਕਰੀਜ਼ ਕਰਤੀ ਤਾਂ ਜਿਹੜੇ ਮੇਰੇ ਆਪਣੇ ਮੈਨੂੰ ਕੀ ਹੋਏਗਾ, ਲਾਸ ਹੋਏਗਾ। ਮੇਰੇ ਜਿਹੜੇ ਕਸਟਮਰਸ ਨੇ ਉਹ ਮੇਰੇ ਪ੍ਰੋਡਕਟ ਦੀ ਜਿਹੜੀ ਡਿਮਾਂਡ ਹੈ ਉਹਨੂੰ ਨਹੀਂ ਕਰਨਗੇ, ਦੂਸਰਿਆਂ ਨੇ ਕਰਤੀ ਠੀਕ ਹੈ, ਲੇਕਿਨ ਮੇਰੇ ਦੀ ਘੱਟ ਹੈ ਤਾਂ ਜਿਹੜੇ ਕਸਟਮਰਸ ਨੇ ਉਹਦੇ ਉਹ ਮੇਰੇ ਕੋਲ ਆਉਣਗੇ, ਤਾਂ ਉਹ ਕਦੇ ਵੀ ਇਸ ਚੀਜ਼ ਨੂੰ ਫੋਲੋ ਨਹੀਂ ਕਰਦੇ। ਅਗਰ ਦੂਸਰੀ ਫਰਮ ਨੇ ਘਟਾਤੀ ਤਾਂ ਫੋਲੋ ਕਰਨਗੇ, ਅਗਰ ਵਧਾਤੀ ਤਾਂ ਫੋਲੋ ਨਹੀਂ ਕਰਨਗੇ। they would simply keep their prices unchanged। ਕਹਿੰਦੇ ਉਹ ਪ੍ਰਾਈਸ ਨੂੰ ਚੇਂਜ ਨਹੀਂ ਕਰਨਗੇ। we shall see presently that because of this asymmetric pattern of reaction of the rivals, the demand curve of each firm would have king at the prevailing price of its product। ਕਹਿੰਦੇ ਤਦ ਉਸ ਜਿਹੜੀ ਪ੍ਰੋਡਕਟ ਹੈ ਉਹਦੀ ਡਿਮਾਂਡ ਕੀ ਹੋਏਗੀ, ਕਿੰਗ ਹੋਏਗੀ। ਕਿੰਗ ਮੀਨਸ ਕਿ ਅਗਰ ਪ੍ਰਾਈਸ ਵਧਾਤੀ ਤਦ ਤੱਕ ਠੀਕ ਹੈ, प्राइस नहीं बतानी, अगर घटाती तब फिर घटा देनी है। किन की डिमांड कर्व मीन्स जो डिमांड कर्व है वो अफेक्ट करेगी थ्रू इंक्रीज एंड डिक्रीज दे प्राइस। ਜਦੋਂ ਕਹਿੰਦੇ ਡਿਮਾਂਡ ਕਰਵ ਸਾਡੀ ਪ੍ਰਾਈਸ ਦੇ ਥਰੂ ਕੀ ਕਰਦੀ ਆ, ਕਲੋਜ਼ ਸਬਸਟੀਟਿਊਸ਼ਨ ਦੇ ਵਿੱਚ ਅਫੈਕਟ ਕਰਦੀ ਆ, ਤਾਂ ਡਿਮਾਂਡ ਕਰਵ ਕਿੰਗ ਟਾਈਪ ਕੀ ਹੋ ਜਾਂਦੀ ਆ, ਬਣ ਜਾਂਦੀ, ਜੋ ਕਿ ਤੁਸੀਂ ਦੇਖ ਸਕਦੇ ਹੋ। ਤਾਂ ਵਾਈ ਦ ਕਿੰਗ ਇਨ ਦਾ ਡਿਮਾਂਡ ਕਰਵ, ਕਿੰਗ ਕਿਉਂ ਹੁੰਦਾ ਹੈ ਡਿਮਾਂਡ ਕਰਵ ਦੇ ਵਿੱਚ, ਤੁਸੀਂ ਦੇਖ ਸਕਦੇ ਹੋ R is the king point, ठीक है। तब इस डायग्राम्स के विच टू डिमांड कर्व्स दसिया दिखाई हुई ने, D and D dash, बिग D and D dash, स्मॉल D and D dash। ਜਿਹੜੀ ਇੱਕ डिमांड कर्व है मोर इलास्टिक है, तो जी दूसरी डिमांड कर्व है ये लैस इलास्टिक है। तो जी D बिग D एंड D dash डिमांड कर्व है ये थोड़ी जी फ्लैटर है, लैस इलास्टिक है। लेकिन जी छोटी डी ते डी डैश डिमांड कर्व है ये मोर इलास्टिक है। तो आर इज अ पॉइंट ऑफ किंग पॉइंट, ठीक है, जिमें कि इतने बोल सकती हो स्मॉल डी एंड बिग डैश डी इज अ किंग की जो आर पॉइंट से कट हो रही है, जितने कि आप P1 प्राइस अपना फिक्स हुआ है एंड की Q1 जो है क्वांटिटी वो दिख रही है। तब इतने डी आर डी डैश दिस इज द किन डिमांड कर्व। जो पहला की है मोर इलास्टिक है, फिर उस तो बाद लैस इलास्टिक है। तब कहते इतने प्राइस का भी इफेक्ट पैंदा है। अगर तो प्राइस राइवल्स प्राइस एक फर्म्स ने इनक्रीज किया, प्राइस इनक्रीज करने के नाल की हो जाएगा, डिमांड घट जाएगी, डिमांड कर्व डी ऊपर वाले हो जाएगी, थोड़ी जी लैस इलास्टिक हो जाएगी। अगर डिमांड ज़्यादा डिक्रीज होगी तो मोर इलास्टिक हो जाएगी, क्योंकि डिमांड के ज़्यादा इफेक्ट पड़ेगा। दिस इज द किन किन डिमांड कर्व, थोड़ा जहा कट आर पॉइंट। उस तो बाद एनालिसिस ऑफ द किंग डिमांड कर्व मॉडल, ये किंग डिमांड कर्व मॉडल दिखाया गया है, ठीक है, जो कि तुसी देख सकते हो। तो इस मॉडल के देखो वो एक्स से अपन क्वांटिटी दिखाई हुई है, ओ पी ते अपन प्राइस दिखाया हुआ है,
ਤੇ ਜਿਹੜੀ ਆ ਆਪਣੀ ਡਿਮਾਂਡ ਕਰਵ ਹੈ ਉਹ ਕਿਹੜੀ ਹੈ डी डी डैश एंड बिग डी एंड स्मॉल डी डैश ਤੇ ਜਿਹੜੀ ਮਾਰਜਨਲ ਰੈਵਨਿਊ ਕੀ ਹੈ ਉਹ ਪਹਿਲਾਂ ਪੋਜ਼ਿਟਿਵ ਹੈ ਫਿਰ ਜ਼ੀਰੋ ਹੈ ਫਿਰ ਨੈਗੇਟਿਵ ਹੈ ਐਂਡ ਉਸ ਤੋਂ ਬਾਅਦ ਦੇਖੋ किन की डिमांड कर्व केड़ा है डी आर डी डैश स्मॉल डी बिग डी ते आर जो है ए वाली लाइन है पहला थोड़ी सी लेस इलास्टिक फिर मोर इलास्टिक दिस इज अ किंग डिमांड कर्व ठीक है तब फिर किया जो है डी आर डी डैश इज अ किन डिमांड कर्व आर पॉइंट ਤੇ ਕਿਨ ਹੈ ਜੋ ਕਿ ਦੱਸ ਰਿਹਾ ਆਪਣੀ ਡਿਮਾਂਡ ਕਰਵ ਨੂੰ ਟੂ ਪਾਰਟਸ ਦੇ ਵਿੱਚ ਕੀ ਕਰ ਰਿਹਾ ਕੱਟ ਕਰ ਰਿਹਾ ਟੂ ਪਾਰਟਸ ਦੇ ਵਿੱਚ ਡਿਵਾਈਡ ਕਰ ਰਿਹਾ कि जी डी तो आर तक है डिमांड कर्व लैस इलास्टिक है आर तो डी डैश तक मोर इलास्टिक है जी डी आर है वो डी एम के इक्वल है जी आर डी डैश है वो एन बी के इक्वल है ठीक है तो उस तो बाद जी अपनी आर एम है वो एन बी के इक्वल है ਤੇ ਇਸ ਦੇ ਵਿੱਚ ਕੀ ਹੈ ਜੋ ਡਿਮਾਂਡ ਕਰਵ ਹੈ ਮੋਰ ਇਲਾਸਟਿਕ ਤੇ ਲੈਸ ਇਲਾਸਟਿਕ ਹੈ ਕਿ ਡਿਮਾਂਡ ਕਰਵ ਹੈ ਜੋ ਕੁਆਂਟੀਟੀ Q1 ਤੇ Q1 ਨੂੰ ਸ਼ੋ ਕਰ ਰਿਹਾ ਹੈ ਠੀਕ ਹੈ ਤੇ MN ਜੋ ਹੈ ਉਹ RM ਦੇ ਇਕੁਅਲ ਹੈ ਤੇ DR DM ਦੇ ਇਕੁਅਲ ਹੈ NV अपना RD डैश ਦੇ ਇਕੁਅਲ ਹੈ ठीक है एंड बिग एंड स्मॉल जो डी है ਤੁਹਾਨੂੰ ਉਹਦੀ ਕਨਫਿਊਜ਼ਨ ਹੋ ਸਕਦੀ ਹੈ ਤੁਸੀਂ ਉਸ ਨੂੰ ਧਿਆਨ ਦੇ ਨਾਲ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ OP1 ਪ੍ਰਾਈਸ ਫਿਕਸ ਹੋਇਆ ਹੈ ਠੀਕ ਹੈ ਤੇ OQ1 ਜੋ ਹੈ ਆਪਣੀ ਉਹ ਕੁਆਂਟੀਟੀ ਫਿਕਸ ਹੋਈ ਆ R ਪੁਆਇੰਟ ਤੇ ਠੀਕ ਹੈ DR ਵੀ ਡਿਮਾਂਡ ਕਰਵ ਨੂੰ ਸ਼ੋ ਕਰ ਰਿਹਾ ਹੈ ਜਿੱਥੇ ਕਹਿੰਦੇ ਕੀ ਹੈ ਆਪਣਾ ਕੁਆਂਟੀਟੀ Q1 ਤੇ ਜਿਹੜੀ ਡਿਮਾਂਡ ਹੈ ਉਹ RD डैश ठीक है इलास्टिसिटी अब जा रही है तो नीचे डाउन जा रही है जे आप डी डैश की गल करिए तो उत्थे जो है अपनी डिमांड का वो है मोर इलास्टिक जे आप डी स्मॉल डी एंड बिग डी की गल करिए डी डैश की गल करिए तो फिर आर पॉइंट ते किन डिमांड कर रहे जो कि है एक पॉइंट ते थोड़ा जिहा अप एंड डाउन हो रहा है जो टू पार्ट के विच अपनी जी डिमांड कर्व है उन्होंने कट कर रहा है जिहदे थ्रू अपना प्राइसिस इंक्रीज डिक्रीज होने ते डिमांड कर्व ते की जो अफेक्ट है पै रहा दिस इज अ किंग डिमांड कर्व मॉडल उस तो बाद है किंग डिमांड कर्व मॉडल दे विच जदों कहंदे अपना किंग डिमांड कर्व चेंज होंदा है थ्रू इंक्रीज इन डिमांड कर्व जदों डिमांड कर्व इंक्रीज होंदा है ठीक है तब किंग डिमांड कर्व भी अपना की हो जाता है डिमांड कर्व इंक्रीज होकर राइटवर्ड शिफ्ट हो जाता है तो किंग डिमांड कर्व भी राइटवर्ड ही शिफ्ट होता है जिमें कि डी डैश फर्स्ट वाला जो है अपना डिमांड कर्व है जो Q1 क्वांटिटी एंड P1 प्राइस में शो कर रहा है D1 डैश डी डैश डिमांड कर्व और न्यू डिमांड कर्व जो डिमांड इंक्रीज हो जाती है तब क्वांटिटी इंक्रीज हो जाती है Q1 तो Q2 हो जाती है ठीक है तो उस तो बाद जो डिमांड होर इंक्रीज हो जाती है तब न्यू डिमांड कर्व बनता है डी डैश डैश ठीक है तब डिमांड कर्व होर राइटवर्ड शिफ्ट होती है तो किंग की जो डिमांड कर्व है उसी तरह की होता राइटवर्ड शिफ्ट होता है तब इत्थे की है जिवें कि RD डैश N1 ठीक है MR2 MR1 ये सारे की ने एक दूसरे के इक्वल जो डिमांड इंक्रीज होने के थ्रू चेंज हो रहा है लेकिन प्राइसेस की है P1 ही है क्वांटिटी है डिमांड के अकॉर्डिंग चेंज हो रही है इंक्रीज हो रही है Q1 Q2 एंड Q3 उस तो बाद है नेक्स्ट इज कोऑपरेटिव एंड नॉन कोऑपरेटिव बिहेवियर कहंदे ਜਿਹੜੀ अपनी मार्केट है ओलिगोपोलिस्टिक कंपटीशन ਦੇ ਵਿੱਚ ਉਹਦੇ ਵਿੱਚ ਕਹਿੰਦੇ टू टाइप्स ऑफ बिहेवियर पाए जाते हैं कोऑपरेटिव एंड नॉन जिमें कि नेम्स तो ही क्लियर है कोऑपरेटिव का मतलब है कोऑपरेशन करके चलना नॉन कोऑपरेटिव का मतलब है कोऑपरेट ना करना ठीक है अपने बिहेवियर तो अपनी ओलिगोपोलिस्टिक ਦੇ ਵਿੱਚ ਜਿੰਨੀਆਂ ਵੀ ਫਰਮਸ ਹੁੰਦੀਆਂ ਨੇ ਫਿਊ ਫਰਮਸ ਹੁੰਦੀਆਂ ਨੇ ਉਹਦੇ ਵਿੱਚ ਕੁਝ ਫਰਮਸ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਕੀ ਕਰਦੀਆਂ ਨੇ ਕੋਆਪਰੇਟ ਕਰਕੇ ਚੱਲਦੀਆਂ ਜਿਹੜੀ ਕੁਝ ਫਰਮਸ ਹੁੰਦੀਆਂ ਨੇ ਉਹ ਕੋਆਪਰੇਟ ਕਰਕੇ ਨਹੀਂ ਚੱਲਦੀਆਂ ਜਿਹੜੀਆਂ ਫਰਮਸ ਤਾਂ ਕੋਆਪਰੇਟ ਕਰਕੇ ਚੱਲਦੀਆਂ ਨੇ ਤਾਂ ਉਹਨਾਂ ਦੇ ਵਿੱਚ ਸਾਰੀਆਂ ਫਰਮਸ ਨੂੰ ਕੀ ਹੁੰਦਾ ਇਕੁਅਲੀ ਬੈਨੀਫਿਟ
ਲੇਕਿਨ ਜਿਹੜੀਆਂ ਫਰਮਸ ਕੋਆਪਰੇਟ ਕਰਕੇ ਨਹੀਂ ਚੱਲਦੀਆਂ ਉਹਨਾਂ ਦੇ ਵਿੱਚ ਕੀ ਹੁੰਦਾ ਹੈ, ਕਿਸੇ ਨੂੰ ਲਾਸ ਤੇ ਕਿਸੇ ਨੂੰ ਬੈਨੀਫਿਟ ਹੋ ਸਕਦਾ ਹੈ। ਤਾਂ ਓਲੀਗੋਪੋਲਿਸਟਿਕ ਦੇ ਵਿੱਚ ਕੋਆਪਰੇਟ ਕਰਕੇ ਚੱਲਣਾ ਕੀ ਹੈ, ਬਹੁਤ ਹੀ ਜ਼ਰੂਰੀ ਹੈ। ਜਦੋਂ ਕਹਿੰਦੇ ਕੋਆਪਰੇਟਿਵ ਸਿਚੁਏਸ਼ਨਸ ਨੂੰ ਹਰ ਇੱਕ ਫੋਲੋ ਆਪਣੀ ਜਿਹੜੀ ਫਰਮ ਹੈ ਫੋਲੋ ਕਰਦੀ ਆ, ਉਹ ਕੋਆਪਰੇਟ ਕਰਕੇ ਚੱਲਣਾ ਚਾਹੁੰਦੀ ਹੈ, ਤਾਂ ਉਹਨੂੰ ਕੋਲੈਬੋਰੇਸ਼ਨ ਵੀ ਬੋਲਦੇ ਆ, ਵੀ ਬੋਲਦੇ ਆ, ਐਂਡ ਕਾਰਨੋਟ ਵੀ ਇਸ ਦੇ ਵਿੱਚ ਹੀ ਆ ਜਾਂਦਾ ਹੈ ਕਿ ਜਿਹੜੀਆਂ ਫਰਮਸ ਨੇ ਉਹਨਾਂ ਨੇ ਆਪਸ ਦੇ ਵਿੱਚ ਕੀ ਕੀਤਾ ਹੈ, ਕੋਆਪਰੇਟ ਕਰਕੇ ਕੀ ਕਰ ਰਹੀਆਂ ਨੇ, ਚੱਲ ਰਹੀਆਂ ਨੇ। ਤਾਂ ਇਹ ਪ੍ਰਾਈਸਿਸ ਨੇ ਜਿਹੜੀਆਂ ਕੋਆਪਰੇਟ ਫਰਮਸ ਜਿਹੜੀਆਂ ਕੋਆਪਰੇਟ ਕਰਕੇ ਚੱਲ ਰਹੀਆਂ ਨੇ, ਪ੍ਰਾਈਸਿਸ ਨੂੰ ਵੀ ਆਪਣੇ ਅਕੋਰਡਿੰਗ ਸਾਰੀਆਂ ਫਰਮਸ ਇੱਕੋ ਵਾਰ ਇਨਕਰੀਜ਼ ਕਰਦੀਆਂ ਨੇ ਜਾਂ ਫਿਰ ਡਿਕਰੀਜ਼ ਕਰਦੀਆਂ ਨੇ, ਤੇ ਆਊਟਪੁੱਟ ਵੀ ਕੀ ਆ ਉਹਨਾਂ ਦੇ ਥਰੂ ਹੀ ਕੀਤੀ ਜਾਂਦੀ ਆ, ਸੈੱਟ ਕੀਤੀ ਜਾਂਦੀ ਹੈ। ਇਹਨਾਂ ਦੇ ਵਿੱਚੋਂ ਜਦੋਂ ਕਿਸੇ ਵੀ ਫਰਮ ਨੂੰ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਹੈ ਤਾਂ ਉਹ ਈਜ਼ੀਲੀ ਕੀ ਕਰ ਸਕਦੀਆਂ ਨੇ, ਫੇਸ ਕਰਦੀ ਹੈ। ਲੇਕਿਨ ਨਾਨ ਕੋਆਪਰੇਟਿਵ ਬਿਹੇਵੀਅਰ ਦੇ ਵਿੱਚ ਕੀ ਜਿਹੜੀ ਡਿਫਰੈਂਟ ਫਰਮਸ ਨੇ ਉਹਨਾਂ ਦੇ ਅਲੱਗ-ਅਲੱਗ ਡਿਸੀਜਨਸ ਹੁੰਦੇ ਨੇ, ਉਹਨਾਂ ਦੇ ਪ੍ਰਾਈਸ ਤੇ ਆਪਣੀ ਮੋਨੋਪੋਲੀ ਹੁੰਦੀ ਆ, ਉਹ ਪ੍ਰਾਈਸ ਆਪਣੇ ਅਕੋਰਡਿੰਗ ਤੇ ਆਊਟਪੁੱਟ ਆਪਣੇ ਅਕੋਰਡਿੰਗ ਚੇਂਜ ਕਰਦੀਆਂ ਨੇ ਦੂਸਰੇ ਦੇ ਰਾਈਵਲਸ ਫਰਮਸ ਦੇ ਬਿਹੇਵੀਅਰ ਨੂੰ ਦੇਖਦੇ ਹੋਏ। ਤਾਂ ਕੋਆਪਰੇਟਿਵ ਫਰਮਸ ਦੇ ਵਿੱਚ ਕੀ ਆ ਗਿਆ, ਕੋਆਪਰੇਸ਼ਨ ਆ ਗਿਆ, ਜਿਹਦੇ ਵਿੱਚ ਕਹਿੰਦੇ ਫਰਮਸ ਕੋਆਪਰੇਟ ਕਰਕੇ ਚੱਲਦੀਆਂ ਨੇ, ਤਾਂ ਇਹਦੇ ਵਿੱਚ ਕੋਲੈਬੋਰੇਟ ਹੋ ਕੇ ਚੱਲਦੀਆਂ ਨੇ। ਠੀਕ ਹੈ, ਗਵਰਨਮੈਂਟ ਦੇ ਅੰਡਰ ਉਹਨਾਂ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਹੁੰਦਾ, ਉਹ ਐਗਰੀਮੈਂਟ ਦੇ ਵਿੱਚ ਉਹਨਾਂ ਦੀ ਆਊਟਪੁੱਟ ਦੇ ਪ੍ਰਾਈਸਿਸ ਆ ਜੋ ਉਹ ਡਿਟਰਮੀਨੇਸ਼ਨ ਕੀਤੀ ਜਾਂਦੀ ਹੈ ਉਹਦੀ, ਠੀਕ ਹੈ, ਫਿਕਸ ਕੀਤਾ ਜਾਂਦਾ ਹੈ, ਤੇ ਪ੍ਰੋਡਕਟ ਦਾ ਨੇਮ ਵਗੈਰਾ, ਠੀਕ ਹੈ, ਸਭ ਕੁਝ ਮੈਂਸ਼ਨ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਟੂ ਫਰਮਸ ਨੇ ਜੋ ਕੋਆਪਰੇਟ ਦੇ ਥਰੂ ਵੀ ਚੱਲ ਰਹੀਆਂ ਨੇ, ਤੇ ਜਿਹੜੀ ਇੱਕ ਫਰਮ ਹੈ, ਟੂ ਫਰਮਸ ਨੇ ਉਹਨਾਂ ਦੇ ਵਿੱਚ ਕੋਆਪਰੇਟ ਤੇ ਨੋਨ ਕੋਆਪਰੇਟ ਦਿਖਾਇਆ ਗਿਆ ਹੈ ਕਿ ਅਗਰ ਉਹ ਕੋਆਪਰੇਟ ਕਰਕੇ ਚੱਲਦੀਆਂ ਨੇ ਤਾਂ ਉਹਦੇ ਵਿੱਚ ਕੀ ਬੈਨੀਫਿਟ ਆ, ਅਗਰ ਨੋਨ ਕੋਆਪਰੇਟ ਕਰਕੇ ਚੱਲਦੀਆਂ ਨੇ ਤਾਂ ਉਹਨਾਂ ਦੇ ਵਿੱਚ ਕੀ ਲਾਸ ਹੈ। ਤਾਂ ਇੱਥੇ ਫਰਮਸ A ਆਊਟਪੁੱਟ ਦਿਖਾਈ ਗਈ ਹੈ ਤੇ ਫਰਮਸ B ਆਊਟਪੁੱਟ ਦਿਖਾਈ ਗਈ ਹੈ, ਤੇ ਇਹਦੇ ਵਿੱਚ ਦਿਖਾਇਆ 1/2 ਮੋਨੋਪੋਲੀ ਆਊਟਪੁੱਟ and 1/2 monopoly output, 2/3 monopoly output, 2/3 monopoly output। एक तो उन्होंने हाफ दिखाया है, एक 2/3 थर्ड पार्ट दिखाया है कि आउटपुट किन्नी करनी है भी अपनी मेरे ते डिपेंड है कि मैं अपनी आउटपुट किन्नी करनी है, ते 1/2 ਤੇ ਕਿ ਆਪਣੇ ਦੋਨਾਂ ਤੇ ਕੀ ਹੈ ਡਿਪੈਂਡ। ਤਾਂ ਫਰਸਟਲੀ ਕਹਿੰਦੇ ਜਦੋਂ ਦੋਨੇ ਇਹਦੇ ਵਿੱਚ ਜਿਹੜੀ ਹੈ ਆਪਣੀ ਰਾਈਟ ਸਾਈਡ ਵਾਲੀ ਉਹਦੇ ਵਿੱਚ B ਦੀ ਆਊਟਪੁੱਟ ਦਿਖਾਈ ਤੇ ਫਰਸਟ ਵਾਲੇ ਦੇ ਵਿੱਚ A ਦੀ ਆਊਟਪੁੱਟ, ਲੈਫਟ ਸਾਈਡ ਦੇ ਵਿੱਚ B ਦੀ ਆਊਟਪੁੱਟ ਤੇ ਰਾਈਟ ਦੇ ਵਿੱਚ A ਦੀ ਆਊਟਪੁੱਟ ਹੈ ਜੋ ਦਿਖਾਈ ਹੋਈ ਹੈ, ਡਿਸੀਜਨ ਦਿਖਾਏ ਹੋਏ ਨੇ। ਤਾਂ ਫਰਸਟ ਕਾਲਮ ਦੇ ਵਿੱਚ ਫਰਸਟ ਸੈੱਲ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਫਰਮ A ਤੇ B ਫਰਮ ਹੈ ਦੋਨੇ ਕੀ ਕਰਦੀਆਂ ਨੇ 1/2 ਮੋਨੋਪੋਲੀ ਆਊਟਪੁੱਟ ਐਂਡ 1/2 ਮੋਨੋਪੋਲੀ ਆਊਟਪੁੱਟ, ਦੋਨੇ ਕੀ ਹਾਫ ਆਫ ਕਰ ਰਹੀਆਂ ਨੇ, ਕੋਆਪਰੇਟ ਕਰਕੇ ਚੱਲ ਰਹੀਆਂ ਨੇ। ਤਾਂ ਜਿਹੜੀ ਦੋਨਾਂ ਦੀ ਆਊਟਪੁੱਟ ਕੀ ਹੈ 20-20 ਹੈ, ਤੇ ਦੋਨੇ ਇਕੁਅਲ ਜੋ ਬੈਨੀਫਿਟ ਹੈ ਉਹ ਲੈ ਰਹੀਆਂ ਨੇ, ਇਕੁਅਲ ਪ੍ਰੋਫਿਟ ਹੈ ਜਿਹੜਾ ਲੈ ਰਹੀਆਂ ਨੇ। ਲੇਕਿਨ ਅਗਰ ਆਪਾਂ ਸੈਕੰਡ ਸੈੱਲ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਕੀ ਆ, ਜਿਹੜਾ 2/3 ਮੋਨੋਪੋਲੀ ਆਊਟਪੁੱਟ ਹੈ ਉਹ ਆਪਣੀ ਜਿਹੜੀ ਹੈ ਇੱਕ ਫਰਮ ਲੈ ਰਹੀ ਹੈ, ਤੇ 1/2 ਮੋਨੋਪੋਲੀ ਆਊਟਪੁੱਟ ਆਪਣੀ A ਫਰਮ ਲੈ ਰਹੀ ਹੈ। ਤਾਂ ਇਹਦੇ ਵਿੱਚ ਕੀ ਹੈ, ਜਿਹੜੀ 1/2 ਮੋਨੋਪੋਲੀ ਫਰਮ ਲੈ ਰਹੀ ਹੈ ਉਹਨੂੰ ਬੈਨੀਫਿਟ ਹੈ, ਤੇ ਦੂਸਰੀ ਫਰਮ ਨੂੰ ਕੀ ਹੈ, ਲਾਸ ਹੈ। ਇੱਕ ਫਰਮ 22 ਆਊਟਪੁੱਟ ਕਰ ਰਹੀ ਹੈ, ਇੱਕ ਫਰਮ 15 ਆਊਟਪੁੱਟ ਕਰ ਰਹੀ ਹੈ, ਜਿਹਦੇ ਵਿੱਚ ਇੱਕ ਨੂੰ ਫਰਮ ਹੈ, ਇੱਕ ਨੂੰ ਲਾਸ ਹੈ, ਇੱਕ ਨੂੰ ਬੈਨੀਫਿਟ ਹੈ। ਤੇ ਉਸ ਤੋਂ ਬਾਅਦ ਜਿਹੜੀ ਆਪਣੀ ਥਰਡ ਸੈੱਲ ਹੈ ਉਹਦੇ ਵਿੱਚ 22 ਹੈ ਜਿਹੜਾ ਉਹ ਆਪਣੀ ਜਿਹੜੀ ਹੈ B ਫਰਮ ਲੈ ਰਹੀ ਹੈ, ਐਂਡ 1/2 ਮੋਨੋਪੋਲੀ ਆਊਟਪੁੱਟ ਦੇ ਥਰੂ A ਫਰਮ ਲੈ ਰਹੀ ਹੈ, ਜਿਹਦੇ ਵਿੱਚ A ਫਰਮ ਨੂੰ ਲਾਸ ਹੈ ਤੇ B ਫਰਮ ਨੂੰ ਕੀ ਹੈ, ਬੈਨੀਫਿਟ ਹੈ। ਤੇ ਉਸ ਤੋਂ ਬਾਅਦ ਥਰਡ ਮੋਨੋਪੋਲੀ ਆਊਟਪੁੱਟ ਦੇ ਵਿੱਚ ਸੇਮ ਹੈ, ਕਿਉਂਕਿ ਦੋਨੇ ਕੀ ਕਰ ਰਹੀਆਂ ਨੇ, ਸੇਮ ਜਿਹੜੀ ਆਊਟਪੁੱਟ ਹੈ ਉਹਨੂੰ ਕਰ ਰਹੀਆਂ ਨੇ, 2/3 ਮੋਨੋਪੋਲੀ ਆਊਟਪੁੱਟ। ਤਾਂ ਸੇਮ ਦੇ ਵਿੱਚ ਬੈਨੀਫਿਟ ਆ, ਅਗਰ ਕੋਈ ਇੱਕ ਫਰਮ ਆਪਣੇ ਅਕੋਰਡਿੰਗ ਆਪਣਾ ਪਾਰਟ ਜ਼ਿਆਦਾ ਕਰੇਗੀ ਤਾਂ ਕੀ ਇੱਕ ਨੂੰ ਲਾਸ ਹੈ ਤੇ ਦੂਸਰੀ ਨੂੰ ਬੈਨੀਫਿਟ ਹੈ, ਇੱਕ ਨੂੰ ਲਾਸ ਹੈ ਦੂਸਰੀ ਨੂੰ ਬੈਨੀਫਿਟ ਹੈ। ਤਾਂ ਦੋਨਾਂ ਨੂੰ ਕੀ ਕਰਨਾ ਚਾਹੀਦਾ, ਸੇਮ ਹੀ ਆਊਟਪੁੱਟ ਕਰਨੀ ਚਾਹੀਦੀ ਆ ਵਿਦ ਅ ਕੋਆਪਰੇਟ, ਜਿਹਦੇ ਥਰੂ ਕੋਆਪਰੇਟ ਦੇ ਥਰੂ ਉਹਨਾਂ ਨੂੰ ਇਕੁਅਲੀ 20-20 ਐਂਡ 70-70 ਮਿਲ ਰਿਹਾ, ਤੇ ਨਾਨ ਕੋਆਪਰੇਟਿਵ ਦੇ ਥਰੂ ਉਹਨਾਂ ਨੂੰ 15 ਐਂਡ 22 ਐਂਡ 15 ਮਿਲ ਰਿਹਾ। ਤਾਂ ਉਹਨਾਂ ਨੂੰ ਇਕੁਅਲ ਕੋਲੈਬੋਰੇਸ਼ਨ ਦੇ ਥਰੂ ਹੀ ਕਰਨਾ ਚਾਹੀਦਾ ਵਰਕ, ਠੀਕ ਹੈ। ਦਿਸ ਇਜ਼ ਅ ਕੋਆਪਰੇਟਿਵ ਐਂਡ ਨਾਨ ਕੋਆਪਰੇਟਿਵ। ਉਸ ਤੋਂ ਬਾਅਦ ਰੀਜ਼ਨਸ ਦੇ ਥਰੂ, ਡਾਇਲੇਮਾ ਦੇ ਥਰੂ ਦਿਖਾਇਆ ਗਿਆ ਹੈ, ਜਿਹਦੇ ਵਿੱਚ ਕਹਿੰਦੇ ਟੂ ਆਪਣੇ ਕੈਦੀ ਨੇ ਜੋ ਜਿਨ੍ਹਾਂ ਦੇ ਆਪਾਂ ਨੇ ਕਨਫੈਂਸ ਤੇ ਨਾਟ ਕਨਫੈਂਸ ਦੇ ਥਰੂ ਉਹਨਾਂ ਨੂੰ ਉਹ ਪਨਿਸ਼ਮੈਂਟ ਦਿੱਤੀ ਆ। ਤਾਂ ਪਨਿਸ਼ਮੈਂਟ ਦਿਖਾਈ ਹੋਈ ਹੈ ਕਿ ਕਿੱਦਾਂ ਕੋਆਪਰੇਟਿਵ ਤੇ ਨਾਨ ਕੋਆਪਰੇਟਿਵ ਦੇ ਵਿੱਚ ਚੱਲਦੇ ਨੇ, ਤੇ ਉਹਨਾਂ ਨੂੰ ਕਿਸ ਤਰ੍ਹਾਂ ਲਾਸ ਹੋ ਸਕਦਾ, ਕਿਸ ਤਰ੍ਹਾਂ ਉਹਨਾਂ ਨੂੰ ਗੇਨ ਹੋ ਸਕਦਾ, ਕਿਸ ਤਰ੍ਹਾਂ ਉਹ ਬੈਨੀਫਿਟ ਦੇ ਵਿੱਚ ਜਾ ਸਕਦੇ ਨੇ। ਇੱਦਾਂ ਹੀ ਸੇਮ ਫਰਮਸ ਨੇ
टू फर्म्स कि वो किद्दां एक दूसरे ਨਾਲ ਮਿਲ ਕੇ ਆਪਣੇ ਜਿਹੜੇ ਡਿਸੀਜਨਸ ਨੇ ਉਹਨਾਂ ਨੂੰ ਬੈਸਟ ਬਣਾ ਸਕਦੇ ਨੇ, ਠੀਕ ਹੈ, ਤੇ ਪ੍ਰੋਫਿਟ ਗੇਨ ਕਰ ਸਕਦੇ ਨੇ, ਕਿ ਕਿਸ ਤਰ੍ਹਾਂ ਨਾ ਮਿਲ ਕੇ ਲਾਸਿਸ ਨੇ ਜਿਹੜੇ ਉਹਨਾਂ ਨੂੰ ਬੀਅਰ ਕਰ ਸਕਦੇ ਨੇ। ਤਾਂ ਇੱਥੇ ਟੂ ਪ੍ਰਿਜ਼ਨਰਸ ਨੇ, ਇੱਕ ਹੈਗਾ ਮਿਸਟਰ ਰਾਮ ਤੇ ਦੂਸਰਾ ਹੈ ਮਿਸਟਰ ਸ਼ਾਮ, ਠੀਕ ਹੈ। ਉਹਨਾਂ ਕੋਲ ਟੂ ਸਿਚੁਏਸ਼ਨਸ ਨੇ, ਜਾਂ ਤਾਂ ਉਹ ਆਪਣੇ ਆਪ ਨੂੰ ਕਨਫੈਸ ਕਰਾ ਸਕਦੇ ਨੇ ਜਾਂ ਉਹ ਨਾਟ ਕਨਫੈਸ ਕਰ ਸਕਦੇ ਨੇ। ਲੇਕਿਨ ਫਸਟ ਦੇ ਵਿੱਚ ਉਹਨਾਂ ਨੂੰ ਬੋਲਿਆ ਗਿਆ ਹੈ ਕਿ ਅਗਰ ਉਹਨਾਂ ਨੂੰ ਕਲੇਮ ਇਨੋਸੈਂਟ, ਅਗਰ ਦੋਨਾਂ ਨੂੰ ਇਨੋਸੈਂਟ ਕਲੇਮ ਕੀਤਾ ਗਿਆ ਤਾਂ ਸਿਰਫ ਉਹਨਾਂ ਨੂੰ ਕੀ ਹੋਏਗੀ 1 ਈਅਰ ਦੀ ਜੇਲ੍ਹ ਹੋਏਗੀ। ਤਾਂ 1 ਈਅਰ ਦੇ ਵਿੱਚ ਉਹ ਸਿਰਫ ਜੇਲ੍ਹ ਦੇ ਵਿੱਚ ਆਣਗੇ, ਕੈਦ ਹੋਏਗੀ, ਠੀਕ ਹੈ। ਤੇ ਇਨੋਸੈਂਟ ਨਾਟ ਕਨਫੈਸ ਦੋਨਾਂ ਨੇ ਕੀਤਾ ਤਾਂ 1 ਈਅਰ ਹੋਏਗੀ। ਅਗਰ ਉਹਨਾਂ ਦੋਨਾਂ ਨੇ ਕਨਫੈਸ ਕੀਤਾ ਤਾਂ ਉਹਨਾਂ ਨੂੰ 6 ਈਅਰ ਹੋਏਗੀ, ਠੀਕ ਹੈ। ਅਗਰ ਕਹਿੰਦੇ ਇੱਕ ਨੇ ਕਨਫੈਸ ਤੇ ਦੂਸਰੇ ਨੇ ਨਾਟ ਕਨਫੈਸ ਕੀਤਾ ਤਾਂ ਇੱਕ ਨੂੰ 6 ਸਾਲ ਤੇ ਦੂਸਰੇ ਨੂੰ 9 ਸਾਲ ਹੋਏਗੀ, ठीक है। इसी तरह अगर एक ने कन्फेंस नॉट कन्फेंस ते दूसरे ने नॉट कन्फेंस किया तो 9 ते 1 मींस उन्होंने अलग अलग डिसीजनस ने ਜਿਹੜੇ ਇਹ ਦਿਖਾਏ ਗਏ ਨੇ, ਠੀਕ ਹੈ। ਤਾਂ ਉਹਨਾਂ ਨੂੰ ਜੋ ਹੈ ਕਨਫੈਂਸ ਕਰਨ ਦੇ ਵਿੱਚ ਕਹਿੰਦੇ ਅਗਰ ਦੋਨਾਂ ਨੇ ਕਨਫੈਂਸ ਕੀਤਾ ਜਾਂ ਦੋਨੇ ਇਨੋਸੈਂਟ ਹੋਏ ਤਾਂ 1 ਈਅਰ, ਅਗਰ ਦੋਨਾਂ ਨੇ ਕਨਫੈਂਸ ਕੀਤਾ ਤਾਂ ਓਨਲੀ 6 ਈਅਰ, ਅਗਰ ਨਾਟ ਕਨਫੈਂਸ ਇੱਕ ਨੇ ਕੀਤਾ ਤੇ ਦੂਸਰੇ ਨੇ ਕਨਫੈਂਸ ਤਾਂ 9 ਈਅਰ। ਤੇ ਇਸੇ ਤਰ੍ਹਾਂ ਜੇ ਸ਼ਾਮ ਨੇ ਵੀ ਨਾਟ ਕਨਫੈਂਸ ਤੇ ਕਨਫੈਂਸ ਕੀਤਾ ਇੱਕ ਨੇ करके 9 ईयर्स हो सकते हैं। 9 ईयर्स तो बचने के लिए दोनों को ज़्यादा कन्फेंस करना चाहिए है, ठीक है। तो 6 ईयर होगी तो इनोसेंट प्रूफ ऑन क्लेम दोनों का नहीं होना चाहिए पूरा, तब 1 ईयर। तो ये डिसीजंस ने जो खुद और लै सकते हैं। तो उस तो बाद है टाइप्स ऑफ कोऑपरेटिव बिहेवियर। जो कोऑपरेटिव बिहेवियर है वो 2 टाइप्स ने। जो टू फर्म्स कोऑपरेट करके चल रही हैं तो 2 टाइप्स में कोऑपरेटिव बिहेवियर था। तो फर्स्ट इज एक्सप्लिसिट क्लूजन एंड टैक्टिक कोऑपरेशन। तो सब तो पहला देखो एक्सप्लिसिट क्लूजन ਦੇ ਵਿੱਚ ਕੀ ਹੋਏਗਾ, ਕਹਿੰਦੇ ਜਦੋਂ ਕੀ ਹੁੰਦਾ ਹੈ ਦਿਸ ਇਜ਼ ਅ ਸਿਚੁਏਸ਼ਨਸ ਵੈਨ ਫਰਮ ਅੰਡਰ ਲੀਗਲੀ ਡੂ ਫਾਰਮਲ ਐਗਰੀਮੈਂਟ। ਜਦੋਂ ਕਹਿੰਦੇ 2 ਜਾਂ ਮੋਰ ਦੈਨ 2 ਫਰਮਸ ਐਕਸਪਲਿਸਿਟ ਕਲੂਜ਼ਨਸ ਦੇ ਅੰਡਰ ਫਾਰਮਲ ਐਗਰੀਮੈਂਟ ਸਾਈਨ ਕਰਦੀਆਂ ਨੇ, ਕੋਈ ਵੀ ਐਕਸਪਲਿਸਿਟ ਐਗਰੀਮੈਂਟ ਸਾਈਨ ਕਰਦੀਆਂ ਨੇ, ਕੋਈ ਵੀ ਬਾਹਰੋਂ ਐਗਰੀਮੈਂਟ ਸਾਈਨ ਕਰਦੀਆਂ ਨੇ, ਠੀਕ ਹੈ, ਜਿਨ੍ਹਾਂ ਤੇ ਉਹਨਾਂ ਦੇ ਪ੍ਰਾਈਸਿਸ ਜਿਹਨੂੰ ਕੀ ਬੋਲਿਆ ਜਾਂਦਾ ਹੈ ਜਦੋਂ ਐਕਸਪਲਿਸਿਟ ਕਲੂਜ਼ਨ ਕੀਤਾ ਜਾਂਦਾ ਬਾਹਰ ਤੋਂ ਕਿਸੇ ਨੂੰ ਬੁਲਾ ਕੇ ਉਹਦੇ ਵਿੱਚ ਫਾਰਮਲ ਐਗਰੀਮੈਂਟ ਜਾਂ ਐਕਸਪਲਿਸਿਟ ਐਗਰੀਮੈਂਟ ਸਾਈਨ ਕੀਤਾ ਜਾਂਦਾ ਹੈ, ਤੈਨੂੰ ਕਾਰਟਲ ਵੀ ਬੋਲਦੇ, ਇਟ ਇਜ਼ ਕਾਲਡ ਕਾਰਟਲ, ਠੀਕ ਹੈ। ਇਹਨੂੰ ਕਾਰਟਲ ਵੀ ਬੋਲਦੇ ਨੇ। ਤਾਂ ਕਾਰਟਲ ਕੀ ਹੈ, ਕਾਰਟਲ ਦੇ ਵਿੱਚ ਜਿਵੇਂ ਕਿ ਕਹਿੰਦੇ ਦੀ ਮੇਨ ਐਗਜ਼ਾਮਪਲ ਕੀ ਹੈ ਤਾਂ ਬੈਸਟ ਐਗਜ਼ਾਮਪਲ ਹੈ OPEC, ਆਰਗੇਨਾਈਜੇਸ਼ਨ ਆਫ ਪੈਟਰੋਲੀਅਮ ਐਕਸਪੋਰਟਿੰਗ ਕੰਟਰੀ। ਕਹਿੰਦੇ ਜਿਹੜੀ ਆਪਣੀ ਪੈਟਰੋਲੀਅਮ ਐਕਸਪੋਰਟਿੰਗ ਕੰਪਨੀ ਹੈ ਉਹਨੇ ਕਹਿੰਦੇ ਕਾਰਟਲ ਦੇ ਵਿੱਚ ਐਗਰੀਮੈਂਟ ਜਿਹੜਾ ਸਾਈਨ ਕੀਤਾ ਸੀ ਐਕਸਪਲਿਸਿਟ ਕਲੂਜ਼ਨਸ ਕੀਤਾ ਸੀਗਾ, ਠੀਕ ਹੈ। ਤਾਂ ਦਿਸ ਇਜ਼ ਅ ਬੈਸਟ ਐਗਜ਼ਾਮਪਲਸ। ਤਾਂ ਜਿਹਦੇ ਵਿੱਚ ਕੀ ਆ ਆਪਾਂ ਕੋਈ ਵੀ ਐਗਰੀਮੈਂਟ ਰਿਟਨ ਦੇ ਵਿੱਚ ਸਾਈਨ ਕਰਦੇ ਉਹਦੇ ਵਿੱਚ ਆਪਣੀਆਂ ਆਊਟਪੁੱਟ ਜਿਹੜੀਆਂ ਪ੍ਰਾਈਸਿਸ ਨੇ ਉਹ ਕੀ ਹੁੰਦੀਆਂ ਨੇ ਰਿਟਨ ਹੁੰਦੀਆਂ ਨੇ। ਤਾਂ ਉਹਨਾਂ ਪ੍ਰਾਈਸਿਸ ਤੇ ਆਊਟਪੁੱਟਸ ਨੂੰ ਹੀ ਆਪਾਂ ਕੀ ਆ ਕੈਰੀ ਆਨ ਕਰਦੇ ਹਾਂ। ਐਂਡ ਟੈਸਿਟ ਕੋਆਪਰੇਸ਼ਨ ਦੇ ਵਿੱਚ ਕੀ ਹੁੰਦਾ, ਕਹਿੰਦੇ ਜਦੋਂ ਕੀ ਕਰਦੇ ਹਾਂ ਆਪਾਂ ਆਪਣੇ ਅੰਦਰ ਹੀ ਇਨਫਾਰਮਲ, ਕਹਿੰਦੇ ਇਨਫਾਰਮਲ ਵੇ ਦੇ ਨਾਲ ਜਦੋਂ ਜਿਹੜੀਆਂ 2 ਐਂਡ ਮੋਰ ਦੈਨ 2 ਜਿਹੜੀਆਂ ਉਹ ਨੇ ਉਹ ਐਕਸਪਲਿਸਿਟ ਐਗਰੀਮੈਂਟ ਨਾ ਸਾਈਨ ਕਰਕੇ ਆਪਣਾ ਜੋ ਹੈ ਇੰਪਲਿਸਿਟ ਐਗਰੀਮੈਂਟ ਹੀ ਸਾਈਨ ਕਰਦੀਆਂ ਨੇ, ਆਪਸ ਦੇ ਵਿੱਚ ਹੀ ਕੋਆਪਰੇਟ ਕਰਕੇ ਸਮਝੌਤਾ ਕਰਦੀਆਂ ਨੇ ਕਿ ਇਸ ਤਰ੍ਹਾਂ ਆਪਾਂ ਨੇ ਵਰਕ ਕਰਨਾ, ਆਪਣੀ ਪ੍ਰਾਈਸਿਸ ਇਹ ਫਿਕਸ ਹੋਏਗੀ, ਠੀਕ ਹੈ, ਆਪਣਾ ਜੋ ਆਊਟਪੁੱਟ ਹੈ ਆਪਾਂ ਨੇ ਇੰਨੀ ਕਰਨੀ ਆ। ਤਾਂ ਦਿਸ ਇਜ਼ ਕਾਲਡ ਟੈਕਟਿਕ ਕੋਆਪਰੇਟਿਵ, ਠੀਕ ਹੈ, ਕੋਲੈਬੋਰੇਸ਼ਨ। ਤਾਂ ਦਿਸ ਇਜ਼ ਆਰ 2 ਟਾਈਪਸ ਆਫ ਕੋਆਪਰੇਟਿਵ ਬਿਹੇਵੀਅਰ। ਤਾਂ ਉਸ ਤੋਂ ਬਾਅਦ ਤੁਹਾਡਾ ਆਉਂਦਾ ਹੈ ਟਾਈਪਸ ਆਫ ਨਾਨ ਕੋਆਪਰੇਟਿਵ ਬਿਹੇਵੀਅਰ। ਟਾਈਪ ਆਫ ਨਾਨ ਕੋਆਪਰੇਟਿਵ ਬਿਹੇਵੀਅਰ ਦੇ ਵਿੱਚ ਕੀ ਆ, ਕਹਿੰਦੇ ਜਦੋਂ ਜਿਹੜੀਆਂ ਫਰਮਸ ਨੇ ਉਹ ਆਪਸ ਦੇ ਵਿੱਚ ਕੋਆਪਰੇਟ ਕਰਕੇ ਨਹੀਂ ਚੱਲਦੇ, ਦਿਸ ਇਜ਼ ਅ ਨਾਨ ਕੋਆਪਰੇਟਿਵ ਬਿਹੇਵੀਅਰ। ਤਾਂ ਫਰਸਟ ਕਹਿੰਦੇ ਟਾਈਪ ਹੁੰਦੀ ਹੈ ਕੰਪੀਟੀਸ਼ਨ ਫॉर ਮਾਰਕੀਟ ਸ਼ੇਅਰ। ਕਹਿੰਦੇ ਮਾਰਕੀਟ ਦੇ ਵਿੱਚ ਕੀ ਆ ਜਿਹੜੀਆਂ ਡਿਫਰੈਂਟ ਫਰਮਸ ਨੇ ਉਹਨਾਂ ਦਾ ਮਾਰਕੀਟ ਸ਼ੇਅਰ ਦੇ ਵਿੱਚ ਕੰਪੀਟੀਸ਼ਨ ਇਨਕਰੀਜ਼ ਹੋ ਜਾਂਦਾ ਹੈ। ਤਾਂ ਮਾਰਕੀਟ ਦੇ ਵਿੱਚ ਇੱਕ ਦੂਸਰੀ ਫਰਮਸ ਨੂੰ ਰਾਈਵਲਸ ਫਰਮਸ ਨੂੰ ਨੀਚੇ ਸੁੱਟਣ ਦੀ ਕੋਸ਼ਿਸ਼ ਕਰਦੀਆਂ ਨੇ। ਤਾਂ ਉਹ ਆਪਣਾ ਕੰਪੀਟੀਸ਼ਨ ਇਨਕਰੀਜ਼ ਕਰਦੀਆਂ ਨੇ। ਕੰਪੀਟੀਸ਼ਨ ਇਨਕਰੀਜ਼ ਕਰਨ ਦੇ ਲਈ ਉਹ ਮਾਰਕੀਟ ਦੇ ਵਿੱਚ ਪ੍ਰੋਡਕਟਸ ਨੂੰ ਮਾਰਕੀਟ ਦੇ ਵਿੱਚ ਆਪਣੇ ਪ੍ਰੋਡਕਟਸ ਦਾ ਸ਼ੇਅਰ ਇਨਕਰੀਜ਼ ਕਰਦੀਆਂ ਨੇ, ਠੀਕ ਹੈ, ਤੇ ਉਹਨੂੰ ਕੰਪੀਟ ਕਰਦੀਆਂ ਨੇ। ਤਾਂ ਉਹਨਾਂ ਨੂੰ ਕਨਸੈਸ਼ਨਸ ਮਿਲਦੀਆਂ ਨੇ, ਠੀਕ ਹੈ,
ਵੱਧ ਤੋਂ ਵੱਧ ਕੰਸੈਸ਼ਨਸ ਸ਼ੇਅਰ ਕਰਦੀਆਂ ਨੇ ਮਾਰਕੀਟ ਦੇ ਵਿੱਚ ਡਿਫਰੈਂਟ ਕਸਟਮਰਸ ਦੇ ਥਰੂ, ਤਾਂ ਜੋ ਜਿਹੜੇ ਸਾਡੇ ਉਹਨਾਂ ਦੇ ਪ੍ਰੋਡਕਟਸ ਨੇ ਉਹਨਾਂ ਨੂੰ ਉਹਨਾਂ ਦੇ ਪ੍ਰੋਡਕਟ ਦੀ ਡਿਮਾਂਡ ਇਨਕਰੀਜ਼ ਹੋਵੇ, ਠੀਕ ਹੈ। ਜਾਂ ਫਿਰ ਉਹ ਤੁਹਾਡੇ ਕੰਸੈਸ਼ਨਸ ਹੋ ਗਏ, ਇਨਸੈਂਟਿਵਸ ਹੋ ਗਿਆ ਦੇ ਕੇ, ਜਿਹਨਾਂ ਦੇ ਥਰੂ ਮਾਰਕੀਟ ਦੇ ਵਿੱਚ ਡਿਫਰੈਂਟ ਫਰਮਸ ਦੇ ਥਰੂ ਕੀ ਹੁੰਦਾ, ਕੰਪੀਟੀਸ਼ਨ ਇਨਕਰੀਜ਼ ਹੁੰਦਾ, ਤੇ ਉਹ ਆਪਸ ਦੇ ਵਿੱਚ ਰਾਈਵਲਸ ਫਰਮਸ ਨੇ ਉਹਨਾਂ ਦੀ ਰਾਈਵਲਟੀ ਵੀ ਇਨਕਰੀਜ਼ ਹੁੰਦੀ ਆ, ਪਲੱਸ ਕਹਿੰਦੇ ਉਹ ਪ੍ਰੋਫਿਟ ਤੇ ਲਾਸ ਵੀ ਕੀ ਆ ਵੀਅਰ ਕਰਦੀ ਹੈ। ਤਾਂ ਸੈਕੰਡ ਇਜ਼ ਦਾ ਕੋਵਰਟ ਚੀਟਿੰਗ। ਕੋਵਰਟ ਚੀਟਿੰਗ ਦੇ ਵਿੱਚ ਕੀ ਆ ਜਾਂਦਾ ਹੈ, ਕਹਿੰਦੇ ਹਿਊਜ ਮਾਰਕੀਟ ਸ਼ੇਅਰ ਜਦੋਂ ਕਹਿੰਦੇ ਇਨਵੈਸਟ ਕੀਤਾ ਜਾਂਦਾ ਹੈ ਤਾਂ ਫਰਮ ਸੈਲ देयर ਪ੍ਰੋਡਕਟਸ ਥਰੂ ਕੰਟਰੈਕਟ, ਲਾਰਜ ਸਕੇਲ ਪ੍ਰੋਡਕਸ਼ਨਸ ਐਂਡ ਡਿਸਟ੍ਰੀਬਿਊਸ਼ਨਸ ਇਜ਼ ਡਨ ਥਰੂ ਕੰਟਰੈਕਟਸ। ਕਹਿੰਦੇ ਜਦੋਂ ਮਾਰਕੀਟ ਦੇ ਵਿੱਚ ਕੋਵਰਟ ਚੀਟਿੰਗ ਦੇ ਥਰੂ ਕੰਟਰੈਕਟ ਲਿੱਤਾ ਜਾਂਦਾ ਤੇ ਕੰਟਰੈਕਟ ਦੇ ਥਰੂ ਕੀ ਆ, ਇੱਕ ਦੂਸਰੇ ਨੂੰ ਚੀਟ ਕੀਤਾ ਜਾਂਦਾ, ਲਾਰਜ ਪ੍ਰੋਡਕਸ਼ਨ ਕੀਤੀ ਜਾਂਦੀ ਹੈ, ਠੀਕ ਹੈ, ਤੇ ਲਾਰਜ ਇਨਸੈਂਟਿਵਸ ਇੱਕ ਫਰਮ ਲੈਂਦੀ ਹੈ ਤੇ ਦੂਸਰੀ ਘੱਟ ਲੈਂਦੀ ਆ। ਦਿਸ ਇਜ਼ ਦਾ ਕੋਵਰਟ ਚੀਟਿੰਗ, ਜਿਹਦੇ ਵਿੱਚ ਸਿਰਫ ਆਪਣਾ ਮਾਰਕੀਟ ਦੇ ਵਿੱਚ ਪ੍ਰੋਫਿਟ ਮੈਕਸਿਮਾਈਜੇਸ਼ਨ ਆਪਣੇ ਥਰੂ ਦੇਖੀ ਜਾਂਦੀ ਹੈ ਕਿ ਆਪਾਂ ਨੇ ਕਿੰਨਾ ਪ੍ਰੋਫਿਟ ਹੈ ਜਿਹੜਾ ਕੀ ਕਰਨਾ ਹੈ ਬੀਅਰ ਕਰਨਾ। ਦਿਸ ਇਜ਼ ਦਾ ਕੋਵਰਟ ਚੀਟਿੰਗ। ਤੇ ਉਸ ਤੋਂ ਬਾਅਦ ਆਉਂਦਾ ਆਪਣਾ ਕੰਟੈਸਟੇਬਲਸ ਮਾਰਕੀਟ ਐਂਡ ਪੋਟੈਂਸ਼ੀਅਲ ਐਨਰਜੀ। ਕਹਿੰਦੇ ਜਿਹੜੀਆਂ ਕਈ ਫਰਮਸ ਨੇ ਮਾਰਕੀਟ ਦੇ ਵਿੱਚ ਉਹ ਕੀ ਹੁੰਦੀਆਂ ਨੇ, ਉਹਨਾਂ ਦੇ ਕੋਲ ਕੰਟੈਂਸੇਬਲ ਮਾਰਕੀਟ ਦੇ ਵਿੱਚ ਆਪਣੀ ਇੱਕ ਪੋਜੀਸ਼ਨ ਹੁੰਦੀ ਹੈ, ਲਾਰਜ ਫਰਮ ਹੁੰਦੀਆਂ ਨੇ ਤੇ ਉਹਨਾਂ ਦੀ ਪੋਟੈਂਸ਼ੀਅਲ ਐਨਰਜੀ ਹੁੰਦੀ ਹੈ, ਠੀਕ ਹੈ। ਤਾਂ ਜਿਹੜੀਆਂ ਆਪਣੀਆਂ ਨਿਊ ਫਰਮਸ ਨੇ ਪੋਟੈਂਸ਼ੀਅਲ ਐਨਰਜੀ ਦੇ ਥਰੂ ਸੇਮ ਉਹ ਐਂਟਰ ਵੀ ਹੋ ਸਕਦੀਆਂ ਨੇ ਮਾਰਕੀਟ ਦੇ ਵਿੱਚ, ਠੀਕ ਹੈ, ਜਿਹੜੀਆਂ ਨਾਨ ਕੋਆਪਰੇਟ ਕਰਕੇ ਚੱਲਣ, ਤੇ ਜਿਹੜੀਆਂ ਮਾਰਕੀਟ ਦੇ ਵਿੱਚ ਐਕਚੁਅਲ ਦੇ ਵਿੱਚ ਫਰਮਸ ਹੈ ਜਿਹਨਾਂ ਦੇ ਕੋਲ ਲਾਰਜ ਇਨਕਮ, ਲਾਰਜ ਜਿਹੜੀ ਉਹਨਾਂ ਦੀ ਇਨਵੈਸਟਮੈਂਟ ਹੁੰਦੀ ਆ, ਤਾਂ ਉਹਨਾਂ ਦੇ ਜਿਹੜੇ ਨਜ਼ਦੀਕੀ ਕੰਪੀਟੀਸ਼ਨ ਨਹੀਂ ਹੁੰਦੇ, ਰਾਈਵਲਸ ਨਹੀਂ ਹੁੰਦੇ, ਤਾਂ ਉਹ ਈਜ਼ੀਲੀ ਮਾਰਕੀਟ ਦੇ ਵਿੱਚ प्रॉफिट गेन करती है, तो वो किसी के नाल भी अपना कॉपरेट करके चलना नहीं चाहते क्योंकि उन्होंने नॉन कॉपरेटिव ਦੇ ਵਿੱਚ ਹੀ ਕੀ ਹੈ ਬੈਨੀਫਿਟ ਆ। ਤਾਂ ਕਹਿੰਦੇ ਇਹ ਨਾਨ ਕੋਆਪਰੇਟਿਵ ਦੇ ਵਿੱਚ ਉਹੀ ਫਰਮਸ ਮੋਸਟਲੀ ਆਉਂਦੀਆਂ ਜਿਨ੍ਹਾਂ ਦਾ ਜਿਹੜਾ ਮਾਰਕੀਟ ਸ਼ੇਅਰ ਹੈ ਜ਼ਿਆਦਾ ਹੈ ਤੇ ਜਿਨ੍ਹਾਂ ਦੇ ਵੀ ਲਾਰਜ ਸਕੇਲ ਤੇ ਵਰਕ ਕਰ ਰਹੀਆਂ ਨੇ, ਜਿਨ੍ਹਾਂ ਦੇ ਕੋਲ ਰਿਸੋਰਸਿਸ ਨੇ, ਜਿਨ੍ਹਾਂ ਦੇ ਕੋਲ ਪੋਟੈਂਸ਼ੀਅਲ ਪਾਵਰ ਹੈ, ਜਿਨ੍ਹਾਂ ਦੇ ਕੋਲ ਗਵਰਨਮੈਂਟ ਦੇ ਲਾਇਸੈਂਸ ਤੇ ਪੇਟੈਂਟ ਰਾਈਟਸ, ਠੀਕ ਹੈ। ਤਾਂ ਉਹ ਆਪਣੇ ਅਕੋਰਡਿੰਗ ਵਰਕ ਕਰਨੀਆਂ, ਉਹ ਕਿਸੇ ਦੇ ਵਿੱਚ ਹੀ ਮਰਜ ਨਹੀਂ ਹੋਣਗੀਆਂ। ਲੇਕਿਨ ਜਿਹੜੀਆਂ ਸਮਾਲ ਸਕੇਲ ਤੇ ਨੇ ਜਾਂ ਫਿਰ ਜਿਨ੍ਹਾਂ ਨੇ ਨਾ ਜੋ ਲॉस ਤੋਂ ਡਰਦੀਆਂ ਨੇ ਤੇ ਜਿਨ੍ਹਾਂ ਦੇ ਕੋਲ ਰਿਸੋਰਸਿਸ ਘੱਟ ਨੇ, ਉਹ ਹਮੇਸ਼ਾ ਹੀ ਕੋਆਪਰੇਟਿਵ ਜਾਂ ਕਾਰਟਲ ਜਾਂ ਕੋਲੈਬੋਰੇਸ਼ਨ ਕਲੂਜ਼ਨ ਦੇ ਥਰੂ ਹੀ ਕੀ ਕਰਨਗੀਆਂ, ਵਰਕ ਕਰਨਗੀਆਂ। ਉਸ ਤੋਂ ਬਾਅਦ ਕਾਰਟਲ ਥਿਊਰੀ ਆਫ oligopoly। Cartel theory of oligopoly, this is the question, is the important questions। ਕਹਿੰਦੇ a group of firms that get together to make output and price decisions। ਕਹਿੰਦੇ ਜਦੋਂ ਆ group of firms ਨੇ ਜਿਹੜੀਆਂ oligopolistic competition ਦੇ ਵਿੱਚ ਮਿਲ ਕੇ ਕੀ ਬਣਾਉਂਦੀਆਂ ਨੇ, ਕਾਰਟਲ ਸੈੱਟ ਕਰਦੀਆਂ ਨੇ, ਮਤਲਬ ਉਹ ਆਪਸ ਦੇ ਵਿੱਚ ਡਿਸੀਜਨਸ ਲੈਂਦੀਆਂ ਨੇ ਰਿਲੇਟਡ ਪ੍ਰਾਈਸ ਐਂਡ ਆਊਟਪੁੱਟ। ਤਾਂ ਗਰੁੱਪ ਆਫ ਫਰਮਸ ਨੇ ਉਹ ਆਪਸ ਦੇ ਵਿੱਚ ਡਿਸੀਜਨ ਪ੍ਰਾਈਸ ਤੇ ਜਦੋਂ ਆਊਟਪੁੱਟ ਦੇ ਨਾਲ ਰਿਲੇਟਡ ਲੈਂਦੇ ਨੇ ਤਾਂ ਉਹਨੂੰ ਆਪਾਂ ਨੇ ਕਾਰਟਲ ਥਿਊਰੀ ਲਿੱਤਾ ਹੈ, ਕਾਰਟਲ ਮਾਡਲ ਲਿੱਤਾ ਹੈ, ਜਿਹਦੇ ਵਿੱਚ ਉਹ ਆਪਣਾ ਐਗਰੀਮੈਂਟ ਸਾਈਨ ਕਰਦੀਆਂ ਨੇ ਕਿ ਉਹਨਾਂ ਨੇ ਪ੍ਰਾਈਸ ਤੇ ਜਿਹੜੀ ਆਊਟਪੁੱਟ ਹੈ ਉਹ ਕਿੰਨੀ ਕਰਨੀ ਹੈ। ਤਾਂ ਇਸ ਦੇ ਥਰੂ ਪ੍ਰੋਫਿਟ ਵੀ ਗੇਨ ਕਰ ਸਕਦੀਆਂ ਨੇ ਤੇ ਲਾਸਿਸ ਨੂੰ ਵੀ ਬੀਅਰ ਕਰ ਸਕਦੀਆਂ ਨੇ। ਤਾਂ ਇਹਦੇ ਵਿੱਚ ਜਿੰਨੀਆਂ ਵੀ ਫਰਮਸ ਨੇ ਉਹ ਦੂਸਰੇ ਦੇ ਡਿਸੀਜਨਸ ਨੂੰ ਲੈ ਕੇ ਚੱਲਦੀਆਂ ਨੇ, ਉਹਨਾਂ ਨੇ ਉਨੀ ਹੀ ਪ੍ਰਾਈਸ ਫਿਕਸ ਕਰਨੀ ਹੁੰਦੀ ਹੈ। ਉਹ ਪ੍ਰਾਈਸਿਸ ਨੂੰ ਈਜ਼ੀਲੀ ਇਨਕਰੀਜ਼ ਡਿਕਰੀਜ਼ ਨਹੀਂ ਕਰ ਸਕਦੇ ਤੇ ਨਾ ਹੀ ਆਊਟਪੁੱਟ ਨੂੰ ਇਨਕਰੀਜ਼ ਡਿਕਰੀਜ਼ ਕਰ ਸਕਦੇ ਨੇ। ਤਾਂ ਜਿਹੜਾ ਇਹਨਾਂ ਦੇ ਵਿੱਚ ਡਿਸੀਜਨਸ ਹੁੰਦਾ ਉਹ ਐਟ ਅ ਵਨਸ ਟਾਈਮ ਦਿੱਤਾ ਜਾਂਦਾ ਤੇ ਦੁਬਾਰਾ ਉਹ ਇਹ ਡਿਸੀਜਨਸ ਨੂੰ ਨਹੀਂ ਲੈ ਸਕਦੀਆਂ ਵਿੱਚ, ਠੀਕ ਹੈ। ਅਗਰ ਉਹਦਾ ਐਗਰੀਮੈਂਟ ਜਦੋਂ ਜੋ ਸਾਈਨ ਕੀਤਾ ਹੋਇਆ ਪੂਰਾ ਹੋ ਜਾਂਦਾ ਉਸ ਤੋਂ ਬਾਅਦ ਹੀ ਉਹ ਆਪਣੇ ਡਿਸੀਜਨਸ ਨੂੰ ਕੀ ਕਰ ਸਕਦੀਆਂ ਨੇ, ਚੇਂਜ ਕਰ ਸਕਦੀਆਂ, ਠੀਕ ਹੈ। ਕਾਰਟਲ ਥਿਊਰੀ ਆਫ oligopoly ਦੀ ਜੋ ਡਾਇਗਰਾਮ ਹੈ ਉਹਦੇ ਵਿੱਚ ਜੋ ਵੀ ਕਹਿੰਦੇ ਆਪਣੀਆਂ ਫਰਮਸ ਨੇ, ਜੋ ਟੂ ਐਂਡ ਅ ਗਰੁੱਪ ਆਫ ਫਰਮਸ ਨੇ ਜਿੰਨੀਆਂ, ਉਹ ਸਾਰੀਆਂ ਕੀ ਗੇਨ ਕਰਨਗੀਆਂ, ਸੁਪਰ ਨਾਰਮਲ ਪ੍ਰੋਫਿਟ ਗੇਨ ਕਰਨਗੀਆਂ, ਠੀਕ ਹੈ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀਆਂ ਫਰਮਸ ਨੇ ਉਹ ਸੁਪਰ ਨਾਰਮਲ ਪ੍ਰੋਫਿਟ ਹੈ ਜਿਹੜਾ ਉਹ ਗੇਨ ਕਰ ਰਹੀਆਂ ਨੇ। ਤਾਂ ਇਸ ਡਾਇਗਰਾਮਸ ਦੇ ਵਿੱਚ ਉਹ ਐਕਸ ਅਕਸ਼ ਤੇ ਯੂਨਿਟਸ ਆਫ ਆਊਟਪੁੱਟ ਲਿੱਤੀ ਹੋਈ ਹੈ ਤੇ ਉਹ ਵਾਈ ਅਕਸ਼ ਤੇ ਪ੍ਰਾਈਸ, ਕਾਸਟ ਐਂਡ ਰੈਵਨਿਊ ਇਨ ਯੂਐਸਏ ਡਾਲਰ ਦੇ ਵਿੱਚ ਲਿਖਾ ਹੋਇਆ ਹੈ। ਤੇ ਜਿਹੜੀ ਆਪਣੀ ਡਿਮਾਂਡ ਕਰਵ ਹੈ AR ਕਰਵ ਤੇ ਜਿਹੜੀ ਆਪਣੀ ਮਾਰਜਨਲ ਰੈਵਨਿਊ ਕਰਵ ਹੈ MR ਕਰਵ, ਉਹ ਲੈਫਟ ਰਾਈਟ ਕੀ ਹੈ, ਡਾਊਨ। oligopoly ਦੇ ਵਿੱਚ ਵੀ ਜਿਹੜੀ ਆਪਣੀ ਡਿਮਾਂਡ ਕਰਵ ਮੀਨਸ ਜਿਹੜੀ AR ਤੇ MR ਕਰਵ ਉਹ ਕੀ ਹੋਏਗੀ, ਲੈਫਟ ਰਾਈਟ ਡਾਊਨਵਰਡ ਹੋਏਗੀ। जिस तरह मोनोपोली ਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਲੱਗੀ ਸੀ, ਕਿਉਂਕਿ ਮੋਨੋਪੋਲੀ ਤੇ ਮੋਨੋਪੋਲਿਸਟਿਕ ਕੰਪੀਟੀਸ਼ਨ ਦੀ ਇਹ ਕਿਹੜੀ ਹੈ, ਵਿੱਚ ਵਾਲੀ ਮਾਰਕੀਟ ਹੈ। ਕੁਝ ਜਿਹੜੇ ਫੀਚਰਸ ਨੇ ਮੋਨੋਪੋਲੀ ਤੋਂ ਲਿੱਤੇ ਜਾਂਦੇ ਨੇ, ਕੁਝ ਜਿਹੜੇ ਫੀਚਰਸ ਨੇ ਮੋਨੋਪੋਲਿਸਟਿਕ ਤੋਂ ਲਿੱਤੇ ਜਾਂਦੇ ਨੇ।
ਤਾਂ ਇਹਦੇ ਵਿੱਚ ਜਿਹੜੀ MR ਕਰਵ ਹੈ ਉਹ ਆਪਣੇ ਵਾਈ ਐਕਸਿਸ ਤੇ ਜਿਹੜੀ ਆਪਣੀ ਐਵਰੇਜ ਰੈਵਨਿਊ ਕਰਵ ਹੈ ਉਹਦੇ ਮਿਡ ਦੇ ਵਿੱਚ ਰਹੇਗੀ ਤੇ ਉਹੀ ਸੇਮ ਜੋ ਹੈ ਕੰਡੀਸ਼ਨ ਹੈ ਕਿ ਜਿਹੜੀ ਮਾਰਜਨਲ ਕਾਸਟ ਕਰਵ ਹੈ ਉਹ ਮਾਰਜਨਲ ਰੈਵਨਿਊ ਕਰਵ ਨੂੰ ਕੀ ਕਰੇਗੀ ਨੀਚੇ ਤੋਂ ਕੱਟ ਕਰੇਗੀ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਮਾਰਜਨਲ ਕਾਸਟ ਕਰਵ ਹੈ ਜਿਹੜੀ ਉਹ ਮਾਰਜਨਲ ਰੈਵਨਿਊ ਕਰਵ ਨੂੰ ਕੀ ਕਰ ਰਹੀ ਆ ਕੱਟ ਕਰ ਰਹੀ ਹੈ। ਤਾਂ ਜਿੱਥੋਂ ਕੱਟ ਕਰੇਗੀ ਦਿਸ ਇਜ਼ ਇਕੁਇਲਿਬਰੀਅਮ ਪੁਆਇੰਟ। ਇੱਥੇ ਕੀ ਹੈ ਜੋ ਆਪਣੀ ਉਹਦੇ ਥਰੂ ਜੋ ਕੁਆਂਟੀਟੀ ਆਪਣੀ OQ ਫਿਕਸ ਹੋਈ ਹੈ ਜਿਹੜੀ ਜਿਹੜੀ ਪ੍ਰਾइस है वो OP फिक्स हुई है। OP प्राइस तब फिक्स हुई है क्योंकि ਜਿਹੜੀ ਉਹ ਜਿੱਥੋਂ ਲਾਈਨ ਕੱਟ ਕਰੀ ਹੈ MR ਨੂੰ MC ਤਾਂ ਉੱਪਰ ਜਾ ਕੇ ਜੋ ਲਾਈਨ ਟੱਚ ਕਰੀ ਹੈ D ਪੁਆਇੰਟ ਤੇ ਡਿਮਾਂਡ ਕਰਵ ਨੂੰ AR ਕਰਵ ਨੂੰ ਤਾਂ ਜੋ ਰੈਵਨਿਊ ਹੈ DQ ਹੈ। ਜੋ OP ਪ੍ਰਾइस ਫਿਕਸ ਹੋਈ ਹੈ ਉਹਦੇ ਥਰੂ ਸਾਨੂੰ ਪਤਾ ਲੱਗ ਰਿਹਾ ਜਿਹੜਾ ਸਾਡਾ ਰੈਵਨਿਊ ਹੈ ਉਹ ਕਿੰਨਾ ਹੈ DQ ਦਿਸ ਇਜ਼ ਅ ਰੈਵਨਿਊ। ਐਂਡ ਜਿਹੜੀ ਸਾਡੀ ਐਵਰੇਜ ਕਾਸਟ ਕਰਵ ਹੈ ਉਹ ਕੀ ਹੈ C ਪੁਆਇੰਟ ਤੇ ਜੋ ਇਕੁਇਲਿਬਰੀਅਮ ਲਾਈਨ ਹੈ ਉਹਨੂੰ ਕੱਟ ਕਰ ਰਹੀ ਹੈ। ਤਾਂ C ਪੁਆਇੰਟ ਤੇ ਕੱਟ ਕਰੀਏ ਇਟਸ ਮੀਨਸ ਜੋ ਸਾਡੀ OQ ਪ੍ਰੋਡਕਸ਼ਨ ਹੈ ਉਹਦੀ ਜਿਹੜੀ ਕਾਸਟ ਕਿੰਨੀ ਹੈ CQ ਹੈ। CQ ਇਜ਼ ਦਾ ਕਾਸਟ ਲੇਕਿਨ ਜੋ ਰੈਵਨਿਊ ਹੈ ਦਿਸ ਇਜ਼ ਦਾ DQ। ਤਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਤੁਸੀਂ ਕਾਸਟ ਨੂੰ ਰੈਵਨਿਊ ਦੇ ਵਿੱਚੋਂ ਕੱਢਾਂਗੇ ਤਾਂ ਜੋ ਸਾਡੇ ਕੋਲ ਬਚ ਜਾਂਦਾ ਹੈ ਦੈਟ ਇਜ਼ ਅ ਪ੍ਰੋਫਿਟ। ਤਾਂ DQ ਮਾਈਨਸ DC ਜਦੋਂ ਤੁਸੀਂ DQ ਦੇ ਵਿੱਚੋਂ DC ਨੂੰ ਮਾਈਨਸ ਕੀਤਾ ਤਾਂ ਸਾਡੇ ਕੋਲ ਕੀ ਰਹਿ ਗਿਆ DC ਰਹਿ ਗਿਆ। ਦਿਸ ਇਜ਼ ਦਾ DC ਇਜ਼ ਦਾ ਸੁਪਰ ਨਾਰਮਲ ਪ੍ਰੋਫਿਟ DC ਇਜ਼ ਦਾ ਪ੍ਰੋਫਿਟ ਠੀਕ ਹੈ ਜੋ ਸਾਡੇ ਕੋਲ ਬਚਿਆ। ਤਾਂ ਅਸੀਂ ਬੋਲ ਸਕਦੇ ਹਾਂ ਕਿ ਜੋ ਕਾਰਟਲ ਦੇ ਵਿੱਚ ਫਰਮਸ ਨੇ ਉਹਨਾਂ ਨੂੰ ਜੋ ਪ੍ਰੋਫਿਟ ਹੋ ਰਿਹਾ ਦੈਟ ਇਜ਼ ਅ ਸੁਪਰ ਨਾਰਮਲ ਪ੍ਰੋਫਿਟ ਤੇ ਕਿੰਨਾ ਹੋ ਰਿਹਾ ABCD। ABCD ਇਜ਼ ਅ ਸੁਪਰ ਨਾਰਮਲ ਪ੍ਰੋਫਿਟ क्योंकि इतने 3 कंडीशंस ने AMC जिथे MR ਨੂੰ ਕੱਟ ਕਰੇਗੀ that is the equilibrium point। AC कर्व की है AR कर्व तो डिमांड कर्व तो नीचे ची जा रही है ਤਾਂ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਜਿਹੜੀ ਐਵਰੇਜ ਕਾਸਟ ਕਰਵ ਹੈ ਲੈਸ ਦੈਨ ਐਵਰੇਜ ਰੈਵਨਿਊ ਕਰਵ ਹੈ। ਤਾਂ ਐਵਰੇਜ ਕਾਸਟ ਕਰਵ ਲੈਸ ਦੈਨ ਐਵਰੇਜ ਰੈਵਨਿਊ ਕਰਵ ਹੋਏਗੀ ਤਾਂ ਜੋ ਆਪਣੇ ਕੋਲ ਬਚੇਗਾ that is a super normal profit ਜੋ ਇਸ ਡਾਇਗਰਾਮ ਦੇ ਵਿੱਚ ਸ਼ੋ ਹੋ ਰਿਹਾ ਹੈ ABCD ਕਿਉਂਕਿ ਸਾਡਾ ਰੈਵਨਿਊ ਹੈ ਜੋ ਸਾਡਾ ਉਹ ਕਾਸਟ ਨਾਲੋਂ ਕੀ ਹੈ ਜ਼ਿਆਦਾ ਹੈ। ਤਾਂ ਇੱਥੇ ਸਾਨੂੰ ਕਾਰਟਲ ਥਿਊਰੀ ਆਫ ਓਲੀਗੋਪੋਲੀ ਦੇ ਵਿੱਚ ਇਹ ਪਤਾ ਲੱਗ ਰਿਹਾ ਹੈ ਕਿ ਕਾਰਟਲ ਦੇ ਵਿੱਚ ਜੋ ਵੀ ਫਰਮਸ ਨੇ ਗਰੁੱਪ ਆਫ ਫਰਮਸ ਜੋ ਕੋਆਪਰੇਟ ਕਰਕੇ ਚੱਲ ਰਹੀਆਂ ਨੇ ਤਾਂ ਕੋਆਪਰੇਸ਼ਨ ਦੇ ਥਰੂ ਓਲੀਗੋਪੋਲੀ ਦੇ ਵਿੱਚ ਉਹ ਕੀ ਕਰ ਰਹੀਆਂ ਨੇ ਪ੍ਰੋਫਿਟ ਗੇਨ ਕਰਨਗੀਆਂ ਲੌਸ ਤੋਂ ਬਚਣਗੀਆਂ ਜਾਂ ਤਾਂ ਨਾਰਮਲ ਪ੍ਰੋਫਿਟ ਗੇਨ ਕਰਨਗੀਆਂ ਜਾਂ ਫਿਰ ਉਹ ਕੀ ਕਰਨਗੀਆਂ ਸੁਪਰ ਨਾਰਮਲ ਪ੍ਰੋਫਿਟ ਇਸ ਤਰ੍ਹਾਂ ਉਹ ਬੈਨੀਫਿਟ ਲੈ ਸਕਦੀਆਂ। ਤਦ ਅਸੀਂ ਅੱਜ ਦੇ ਇਸ ਟੌਪਿਕ ਦੇ ਵਿੱਚ ਓਲੀਗੋਪੋਲੀ ਦੇ ਫੀਚਰਸ ਦੇ ਬਾਰੇ ਗੱਲ ਕੀਤਾ ਜਿਹਦੇ ਵਿੱਚ ਕੀ ਆ ਫਿਊ ਫਰਮਸ ਹੁੰਦੀਆਂ ਨੇ ਤੇ ਲਾਰਜ ਨੰਬਰ ਆਫ ਬਾਇਰਸ ਹੁੰਦੇ ਨੇ ਤੇ ਜਿਹੜੀਆਂ ਫਰਮਸ ਨੇ ਉਹ ਹੈਟਰੋਜੀਨੀਅਸ ਤੇ ਹੋਮੋਜੀਨੀਅਸ ਪ੍ਰੋਡਕਟਸ ਨੇ ਜਿਹੜੇ ਉਹਨਾਂ ਨੂੰ ਪ੍ਰੋਡਿਊਸ ਕਰਦੇ ਨੇ ਤੇ ਉਸ ਤੋਂ ਬਾਅਦ ਪ੍ਰਾਈਸ ਐਂਡ ਆਊਟਪੁੱਟ ਡਿਟਰਮੀਨੇਸ਼ਨਸ ਕਹਿੰਦੇ ਕੋਈ ਵੀ ਫਰਮ ਦੇ ਹੱਥ ਦੇ ਵਿੱਚ ਨਹੀਂ ਹੁੰਦੀ ਉਹ ਪ੍ਰਾਈਸ ਤੇ ਡਿਮਾਂਡ ਤੇ ਡਿਪੈਂਡ ਕਰਦੀ ਆ। ਤੇ ਡਿਫਰੈਂਟ ਜਿਹੜੇ ਇਕੋਨੋਮਿਸਟ ਨੇ ਉਹਨਾਂ ਨੇ ਦੱਸਿਆ ਹੈ ਕਿ ਡਿਫਰੈਂਟ ਮਾਡਲਸ ਦੱਸੇ ਨੇ ਆਪਣਾ कॉर्नोट मॉडल ਤੇ अपना स्टैकलबर्ग मॉडल एंड फिर ਉਸ ਤੋਂ ਬਾਅਦ ਆਪਣਾ ਆ ਗਿਆ ਕਿੰਗ मॉडल ठीक है। ਇਹ 3 टाइप ऑफ मॉडल ਸੀ ਜੋ ਆਪਾਂ ਨੇ ਦੇਖੇ ਸੀਗੇ। ਉਸ ਤੋਂ ਬਾਅਦ ਕੋਆਪਰੇਟਿਵ ਐਂਡ ਨਾਨ ਕੋਆਪਰੇਟਿਵ ਜੋ ਹੈ ਆਪਣਾ मॉडल ਕਿ ਕਿਸ ਤਰ੍ਹਾਂ ਕੋਆਪਰੇਟ ਤੇ ਨਾਨ ਕੋਆਪਰੇਸ਼ਨ ਦੇ ਥਰੂ ਓਲੀਗੋਪੋਲੀ ਦੀ ਜਿਹੜੀਆਂ ਫਰਮਸ ਨੇ ਉਹ ਵਰਕ ਕਰਦੀਆਂ ਨੇ ਤੇ ਉਸ ਤੋਂ ਬਾਅਦ ਸੀਗਾ ਕਾਰਟਲ ਮॉडल ਜਿਹਦੇ ਥਰੂ ਕਹਿੰਦੇ ਸਾਨੂੰ ਸੁਪਰ ਨਾਰਮਲ ਪ੍ਰੋਫਿਟ ਜਿਹੜੀਆਂ ਫਿਊ ਫਰਮਸ ਆਫ ਗਰੁੱਪ ਉਹਨਾਂ ਨੂੰ ਮਿਲ ਸਕਦਾ ਹੈ ਵਿਦ ਦਾ ਕੋਲੈਬੋਰੇਸ਼ਨਸ ਐਂਡ ਕਲੀਅਰੈਂਸ। ਤਾਂ ਜਿਹੜਾ ਆਪਣਾ ਇਹ ਅੱਜ ਦਾ ਟੌਪਿਕ ਹੈ ਇੱਥੇ ਹੀ खत्म हो रहा है। धन्यवाद। थैंक्स।